क्वेश्चन नंबर 1 ਸਾਡੇ ਪਾਸ ਜੋ ਹੈ ਉਹ ਗੁਣਨਖੰਡ ਰੁੱਖ ਦੇ ਬੇਸਡ ਹੈ ਫੈਕਟਰ ਟਰੀ। ਸੋ ਸਾਡੇ ਪਾਸ 56 ਦੇ ਪ੍ਰਾਈਮ ਫੈਕਟਰਸ ਨੇ 7 2 is 14 14 2 is 28 ਜੇ ਅਸੀਂ ਨੀਚੇ ਤੋਂ ਉੱਪਰ ਵੱਲ ਜਾਈਏ। ਸੋ ਅਸੀਂ 28 ਨੂੰ ਦੋ ਪਾਰਟਸ ਦੇ ਵਿੱਚ ਬ੍ਰੇਕ ਕੀਤਾ ਹੋਇਆ 14 ਦੂਣੀ 28 ਤਾਂ ਸਾਡਾ ਰਾਈਟ ਆਪਸ਼ਨ ਕੀ ਹੋਣੀ ਚਾਹੀਦੀ ਹੈ 2 ਹੋਣੀ ਚਾਹੀਦੀ ਹੈ। ਸੋ ਸਾਡਾ ਇੱਥੇ ਆਨਸਰ ਕੀ ਆਣਾ ਹੈ 2। ਸੋ ਰਾਈਟ ਆਪਸ਼ਨ ਕੀ ਹੈ 2। ਸੋ ਇਸੇ ਤਰ੍ਹਾਂ ਦਾ ਕੋਈ ਨਾ ਕੋਈ ਫੈਕਟਰ ਟਰੀ ਲਾਜ਼ਮੀ ਤੁਹਾਨੂੰ ਜਿਹੜਾ ਇਹ ਇਸ ਟੈਸਟ ਦੇ ਵਿੱਚ ਮਿਲੂਗਾ। ਇਸ ਦੇ ਨਾਲ ਦਾ ਕੋਈ ਨਾ ਕੋਈ ਜ਼ਰੂਰ ਮਿਲੇਗਾ। ਕੁਐਸਚਨ ਨੰਬਰ 2 ਸਾਡੇ ਪਾਸ ਹੈ ਅਸਲ ਵੰਡ ਤੋਂ ਬਿਨਾਂ ਅਸੀਂ ਪਤਾ ਲਗਾਉਣਾ ਹੈ ਕਿ ਕਿਸ ਦਾ ਦਸ਼ਮਲਵ ਪ੍ਰਸਾਰ ਜਿਹੜਾ ਹੈ ਅਸ਼ਾਂਤ ਹੈ ਆਵਰਤੀ ਹੈ ਮੀਨਸ ਨੌਨ ਟਰਮੀਨੇਟਿੰਗ ਰਿਪੀਟਿੰਗ ਹੈ। ਜਦੋਂ ਅਸੀਂ ਡੈਸੀਮਲ ਰਿਪਰੈਜ਼ੈਂਟੇਸ਼ਨ ਲਿਖਣੀ ਹੈ ਡੈਸੀਮਲ ਫਾਰਮ ਲਿਖਣੀ ਹੈ ਤਾਂ ਉਹਦਾ ਜਿਹੜਾ ਡੈਸੀਮਲ ਫਾਰਮ ਆਉਣਾ ਚਾਹੀਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਲਾਈਕ ਇਸ ਤਰ੍ਹਾਂ 5.717171 ਸੋ ਔਨ ਮੀਨਸ ਰਿਪੀਟ ਹੋਣਾ ਚਾਹੀਦਾ ਜਿਵੇਂ 7 ਰਿਪੀਟ ਹੋ ਰਿਹਾ ਤੇ ਖਤਮ ਨਹੀਂ ਹੋਣਾ ਚਾਹੀਦਾ ਅਸ਼ਾਂਤ ਹੋਣਾ ਚਾਹੀਦਾ। ਸੋ ਇਹਦੇ ਵਾਸਤੇ ਅਸੀਂ ਕੁਐਸਚਨ ਦੇਖੋ ਸਾਰਿਆਂ ਨੂੰ ਅਸੀਂ ਸੋਲਵ ਨਹੀਂ ਕਰਨਾ ਅਸੀਂ ਸਿੰਪਲੀ ਇਹਨਾਂ ਦੇ ਜਿਹੜੇ ਡਿਨੋਮੀਨੇਟਰਸ ਨੇ ਇਹ ਚੈੱਕ ਕਰਨੇ ਨੇ। ਸੋ ਜਦੋਂ ਡਿਨੋਮੀਨੇਟਰਸ ਦੀ ਅਸੀਂ ਗੱਲ ਕਰਦੇ ਹਾਂ ਤਾਂ ਡਿਨੋਮੀਨੇਟਰ ਦੇ ਜਿਹੜੇ ਸਾਡੇ ਪ੍ਰਾਈਮ ਫੈਕਟਰਸ ਨੇ ਅਭਾਜ ਗੁਣਨਖੰਡ ਨੇ ਉਹ 2 ਤੇ 5 ਜੇ ਤਾਂ 2 ਤੇ 5 ਹੀ ਬਣਦੇ ਨੇ ਫਿਰ ਤਾਂ ਹੁੰਦਾ ਸਾਡੇ ਪਾਸ ਸ਼ਾਂਤ ਟਰਮੀਨੇਟਿੰਗ। ਜੇ 2 ਤੇ 5 ਤੋਂ ਬਿਨਾਂ ਕੋਈ ਤੀਜਾ ਆ ਗਿਆ ਵਿਚਕਾਰ ਦੇਖੋ ਕੋਈ ਥਰਡ ਪਰਸਨ ਆ ਜਾਵੇ ਤਾਂ ਅਸ਼ਾਂਤੀ ਹੋ ਜਾਣੀ ਹੈ ਉੱਥੇ। ਸੋ 10 ਦੇ ਫੈਕਟਰ ਕੀ ਬਣਦੇ ਨੇ 2 5 is 10 2 ਕੈਂਸਲ ਆਊਟ ਵੀ ਹੁੰਦਾ ਹੈ ਸੋ 5 ਰਹਿ ਗਿਆ ਇਕੱਲਾ ਸਾਡੇ ਪਾਸ। 7 ਦੇਖੋ 2 ਤੇ 5 ਤੋਂ ਬਿਨਾਂ 7 ਆ ਗਿਆ ਇੱਥੇ ਵੀ 3 5 is 15 ਬਣਦਾ ਸਾਨੂੰ ਲੱਗਦਾ ਕਿ 3 ਆ ਗਿਆ 2 ਤੇ 5 ਤੋਂ ਬਿਨਾਂ 3 ਆ ਗਿਆ ਬਟ 3 ਕੈਂਸਲ ਆਊਟ ਹੋ ਜਾਣਾ 3 2 is 6। ਸੋ ਅਲਟੀਮੇਟਲੀ ਸਾਡੇ ਪਾਸ ਬਚ ਕੀ ਜਾਂਦਾ ਹੈ 3/7। ਸੋ ਜਦੋਂ ਕਦੇ ਵੀ ਡਿਨੋਮੀਨੇਟਰ ਦੇ ਵਿੱਚ 2 ਤੇ 5 2 ਤੇ 5 ਇਹਨਾਂ ਦੋਨਾਂ ਤੋਂ ਬਿਨਾਂ ਕੋਈ ਤੀਸਰਾ ਪ੍ਰਾਈਮ ਨੰਬਰ ਸਾਡੇ ਪਾਸ ਨੀਚੇ ਆ ਜਾਂਦਾ ਡਿਨੋਮੀਨੇਟਰ ਦੇ ਵਿੱਚ ਤਾਂ ਉਸ ਦੀ ਜੋ ਡੈਸੀਮਲ ਰਿਪਰੈਜ਼ੈਂਟੇਸ਼ਨ ਹੋਏਗੀ ਦੈਟ ਵਿਲ ਬੀ ਨੌਨ ਟਰਮੀਨੇਟਿੰਗ ਰਿਪੀਟਿੰਗ ਅਸ਼ਾਂਤ ਆਵਰਤੀ ਹੁੰਦੀ ਹੈ। ਸੋ ਸਾਡੀ ਰਾਈਟ ਆਪਸ਼ਨ ਕੀ ਹੋਏਗੀ 3/7। ਵੈਲਿਊ ਚੇਂਜ ਹੋ ਸਕਦੀ ਹੈ ਕੁਐਸਚਨ ਜ਼ਰੂਰ ਆਏਗਾ ਪੇਪਰ ਦੇ ਵਿੱਚ। ਕੁਐਸਚਨ ਨੰਬਰ 3 ਦੇ ਵਿੱਚ ਸਾਡੇ ਪਾਸ ਹੈ 17/8 17/8 ਦਾ ਦਸ਼ਮਲਵ ਪ੍ਰਸਾਰ ਕਿਸ ਤਰ੍ਹਾਂ ਦਾ ਹੋਏਗਾ। ਸੋ ਪਹਿਲੀ ਗੱਲ ਤਾਂ ਕੀ ਹੋਏਗਾ ਅਸੀਂ ਡੈਸੀਮਲ ਰਿਪਰੈਜ਼ੈਂਟੇਸ਼ਨ ਫਾਈਂਡ ਕਰਨੀ ਹੈ। ਸੋ ਮੈਂ ਆਪਸ਼ਨਸ ਨਹੀਂ ਲਿਖੀਆਂ ਨੇ ਕਿਉਂਕਿ ਸਾਨੂੰ ਦੇਖੋ ਇਹਦੀ ਜਿਹੜੀ ਡੈਸੀਮਲ ਰਿਪਰੈਜ਼ੈਂਟੇਸ਼ਨ ਆ ਫਾਈਂਡ ਹੀ ਕਰਨੀ ਪੈਣੀ ਹੈ। ਦੋ ਤਰੀਕੇ ਨੇ ਦੇਖੋ ਤੁਸੀਂ ਘਰ ਬੈਠੇ ਹੋ ਤੁਸੀਂ ਗੂਗਲ ਫਾਰਮ ਦੇ ਵਿੱਚ ਆਨਸਰ ਦੇਣਾ ਹੈ ਤਾਂ 17/8 ਨੂੰ ਜਾਂ ਤਾਂ ਤੁਸੀਂ ਡਿਵਾਈਡ ਕਰ ਸਕਦੇ ਹੋ 8 ਨਾਲ ਅਸੀਂ 17 ਨੂੰ ਡਿਵਾਈਡ ਕਰ ਦਈਏ ਲਾਈਕ 8 2 is 16 ਜਦੋਂ ਤੱਕ ਖਤਮ ਨਹੀਂ ਹੁੰਦਾ ਹੈ 8 1 is 8 2 0 8 2 is 16 4 0 ਐਂਡ 8 5 is 40। ਸੋ ਆਨਸਰ ਤੁਹਾਡਾ 2.125 ਆ ਜਾਏਗਾ। ਦੂਸਰਾ ਤਰੀਕਾ ਕੀ ਹੈ ਤਾਂ ਦੇਖੋ ਤੁਹਾਡੇ ਪਾਸ ਕੈਲਕੂਲੇਟਰ ਹੈ ਤਾਂ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਈਜ਼ੀਲੀ 17/8 ਨੂੰ ਡਿਵਾਈਡ ਕਰਕੇ ਦੇਖ ਸਕਦੇ ਹੋ ਤੇ ਜਿਹੜਾ ਤੁਹਾਡਾ ਡੈਸੀਮਲ ਪਾਰਟ ਹੈ ਇਹ ਕੀ ਹੋ ਗਿਆ ਇਹ ਸ਼ਾਂਤ ਹੋ ਗਿਆ ਰਿਪੀਟ ਨਹੀਂ ਹੋ ਰਿਹਾ ਅੱਗੇ ਨਹੀਂ ਚੱਲ ਰਿਹਾ ਖਤਮ ਹੋ ਗਿਆ। ਸੋ ਇਹ ਕੀ ਹੈ ਟਰਮੀਨੇਟਿੰਗ ਹੈ ਤਾਂ ਦੇਖੋ ਟਰਮੀਨੇਟਿੰਗ ਨੌਨ ਟਰਮੀਨੇਟਿੰਗ ਵੀ ਪੁੱਛਿਆ ਜਾ ਸਕਦਾ 2.125 ਲਾਈਕ ਇਹਦੀਆਂ ਆਪਸ਼ਨਸ ਦੇ ਕੇ ਤੁਹਾਨੂੰ 4 ਇਹਦੇ ਵਿੱਚ 2.125 ਇਜ਼ ਦੀ ਰਾਈਟ ਆਪਸ਼ਨ। ਇਸੇ ਕੜੀ ਦੇ ਤਹਿਤ ਕੁਐਸਚਨ ਨੰਬਰ 4 ਹੈ ਸਾਡੇ ਪਾਸ 35/50 35/50 ਦਾ ਦਸ਼ਮਲਵ ਪ੍ਰਸਾਰ ਕਿਸ ਤਰ੍ਹਾਂ ਦਾ ਹੋਏਗਾ। ਸਾਡੇ ਪਾਸ 4 ਆਪਸ਼ਨਸ ਨੇ ਸ਼ਾਂਤ ਟਰਮੀਨੇਟਿੰਗ ਅਸ਼ਾਂਤ ਆਵਰਤੀ ਨੌਨ ਟਰਮੀਨੇਟਿੰਗ ਰਿਪੀਟਿੰਗ। ਦੋ ਤਰੀਕੇ ਨਾਲ ਹੱਲ ਕਰ ਸਕਦੇ ਹੋ ਜਿਸ ਤਰ੍ਹਾਂ ਇਹ ਅਸੀਂ ਕੁਐਸਚਨ ਸੋਲਵ ਕੀਤਾ ਹੈ ਕਿ ਜੀ ਇਸ ਨੂੰ ਅਸੀਂ ਸੋਲਵ ਕਰ ਲਈਏ 35/40 ਨੂੰ ਇਹਦਾ ਡੈਸੀਮਲ ਫਾਰਮ ਲਿਖ ਲਈਏ ਉੱਥੋਂ ਸਾਨੂੰ ਪਤਾ ਲੱਗ ਜਾਏ ਕਿ ਸ਼ਾਂਤ ਆਉਂਦਾ ਹੈ ਜਾਂ ਅਸ਼ਾਂਤ ਆਉਂਦਾ ਹੈ। ਇਸ ਤੋਂ ਪਹਿਲਾਂ ਅਸੀਂ ਕੁਐਸਚਨ ਨੰਬਰ 3 ਕਰ ਚੁੱਕੇ ਹਾਂ ਕਿ ਅਸੀਂ ਡਿਨੋਮੀਨੇਟਰ ਪਾਰਟ ਜਿਹੜਾ ਹੈ ਉਹਦੇ ਪ੍ਰਾਈਮ ਫੈਕਟਰ ਦੇਖ ਸਕਦੇ ਹਾਂ। ਸੋ 5 ਤੇ ਕੈਂਸਲ ਆਊਟ ਹੁੰਦਾ ਪਹਿਲੀ ਗੱਲ ਤਾਂ 7 5 35 ਤੇ 10 5 ਸਾਡੇ ਪਾਸ 40 ਹੈ 50 ਸੌਰੀ ਤਾਂ 10 ਦੇ ਜਿਹੜੇ ਪ੍ਰਾਈਮ ਫੈਕਟਰ ਬਣਦੇ ਨੇ 2 ਤੇ 5 ਬਣਦੇ ਨੇ 2 5 10 ਤਾਂ ਆਪਾਂ ਨੇ ਗੱਲ ਕੀਤੀ ਸੀ ਕਿ 2 ਤੇ 5 ਤੋਂ ਬਿਨਾਂ ਜੇ ਕੋਈ ਤੀਜਾ ਆ ਗਿਆ 3 ਆ ਗਿਆ 7 ਆ ਗਿਆ 11 ਆ ਗਿਆ ਫਿਰ ਕੀ ਬਣੇਗਾ ਅਸ਼ਾਂਤ ਪਰ ਇੱਥੇ ਤਾਂ 2 ਤੇ 5 ਹੈ ਤਾਂ ਇਹ ਕੀ ਬਣੇਗਾ ਸ਼ਾਂਤ। ਸੋ ਸਾਡੀ ਰਾਈਟ ਆਪਸ਼ਨ ਕੀ ਹੈ ਟਰਮੀਨੇਟਿੰਗ। ਜੇ 2 5 ਤੋਂ ਬਿਨਾਂ ਕਿਤੇ 3 ਆ ਜਾਂਦਾ 7 ਆ ਜਾਂਦਾ 11 ਆ ਜਾਂਦਾ 13 ਕੋਈ ਵੀ ਇੱਦਾਂ ਦਾ ਆ ਜਾਂਦਾ ਫਿਰ ਅਸੀਂ ਬੋਲਦੇ ਅਸ਼ਾਂਤ ਆਵਰਤੀ ਨੌਨ ਟਰਮੀਨੇਟਿੰਗ ਰਿਪੀਟਿੰਗ। ਇਹ ਵਾਲਾ ਜਿਹੜਾ ਟੌਪਿਕ ਹੈ ਅਸ਼ਾਂਤ ਅਣਆਵਰਤੀ ਨੌਨ ਟਰਮੀਨੇਟਿੰਗ ਨੌਨ ਰਿਪੀਟਿੰਗ ਹੈ ਇਹ ਸਾਡੇ ਪਾਸ ਆ ਜਾਂਦਾ ਇਰਰੈਸ਼ਨਲ ਨੰਬਰ। ਸੋ ਅਸੀਂ ਤਾਂ ਰੈਸ਼ਨਲ ਨੰਬਰ ਦੀ ਗੱਲ ਕਰ ਰਹੇ ਹਾਂ ਤਾਂ ਇਹ ਤਾਂ ਪੋਸੀਬਲ ਹੀ ਨਹੀਂ ਹੈਗਾ। ਠੀਕ ਹੈ ਕੁਐਸਚਨ ਨੰਬਰ 5 ਇਹ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ। ਸਟੂਡੈਂਟ ਜਿਹੜੇ ਨੇ ਇਸ ਕੁਐਸਚਨ ਦੇ ਵਿੱਚ ਅਕਸਰ ਕਨਫਿਊਜ਼ ਰਹਿੰਦੇ ਨੇ। ਪਾਈ ਇੱਕ ਡੈਸ਼ ਸੰਖਿਆ ਹੈ ਪਾਈ ਇਜ਼ ਅ ਡੈਸ਼ ਨੰਬਰ ਰੈਸ਼ਨਲ ਹੈ ਪੂਰਨ ਹੈ ਹੋਲ ਹੈ ਇਰਰੈਸ਼ਨਲ ਹੈ ਅਪਰਿਮੇय ਸੰਖਿਆ ਹੈ ਜਾਂ ਨੈਚੁਰਲ ਹੈ। ਤਾਂ ਦੇਖੋ ਜੋ ਪਾਈ ਦੀ ਵੈਲਿਊ ਸਟੂਡੈਂਟਸ ਨੇ ਯਾਦ ਕੀਤੀ ਹੈ ਉਹ 22/7
ਤਾਂ ਇਹਨੂੰ ਦੇਖ ਕੇ ਲੱਗਦਾ ਹੈ ਕਿ ਇਹ ਪਰਿਮੇਯ ਬਣਦਾ, ਸੀਮਸ ਟੂ ਬੀ, ਬਟ ਨਹੀਂ ਪਰਮੇਨੀਆ। ਕਿਉਂ? ਕਿਉਂਕਿ ਜਿਹੜੀ 22/7 ਹੈ ਇਹ ਇਸ ਦੀ ਅਪਰੋਕਸੀਮੇਟ ਵੈਲਿਊ ਹੈ, ਲਗਭਗ ਵੈਲਿਊ ਹੈ। ਪਾਈ ਕੀ ਹੈ ਸਾਡੇ ਪਾਸ? ਇੱਕ ਅਪਰਿਮੇਯ ਸੰਖਿਆ ਹੈ, ਇਰਰੈਸ਼ਨਲ ਨੰਬਰ ਹੈ। ਸੋ ਸਾਡੇ ਪਾਸ ਰਾਈਟ ਆਪਸ਼ਨ ਜਿਹੜੀ ਕੀ ਹੈ, ਇਰਰੈਸ਼ਨਲ ਨੰਬਰ ਹੈ, ਅਪਰਿਮੇਯ। ਇਹ ਗਲਤੀ ਕਦੇ ਨਹੀਂ ਕਰਨੀ ਹੈ ਕਿ ਇਸ ਨੂੰ 22/7 ਦੇ ਨਾਲ ਕਨਫਿਊਜ਼ ਹੋ ਜਾਣਾ ਹੈ ਕਿ ਜੀ ਇਹ ਪਰਿਮੇਯ ਬਣਦਾ ਹੈ। 22/7 ਜਿਹੜੀ ਹੈ ਉਹ ਇਹਦੀ ਅਪਰੋਕਸੀਮੇਟ ਵੈਲਿਊ ਹੈ, ਰਾਈਟ ਵੈਲਿਊ ਨਹੀਂ ਹੈ। ਇਹ 3.14 ਸੋ ਔਨ ਜਿਹੜੇ ਨੰਬਰਸ ਨੇ, ਡਿਜਿਟਸ ਨੇ, ਇਹ ਚੱਲਦੇ ਜਾਂਦੇ ਨੇ, ਨੌਨ ਰਿਪੀਟਿੰਗ ਨੇ, ਰਿਪੀਟ ਨਹੀਂ ਹੁੰਦੇ ਕਿਤੇ ਵੀ। ਇਸੇ ਤਰ੍ਹਾਂ ਸਾਡੇ ਪਾਸ ਇਸੇ ਲੜੀ ਦੇ ਤਹਿਤ ਕੁਐਸਚਨ ਨੰਬਰ 6 ਹੈ, ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਅਪਰਿਮੇਯ ਹੈ? ਇਰਰੈਸ਼ਨਲ ਨੰਬਰ। ਸੋ ਇਰਰੈਸ਼ਨਲ ਨੰਬਰ ਅਸੀਂ ਹੁਣੇ ਗੱਲ ਕੀਤੀ ਹੈ, ਪਹਿਲਾਂ ਤਾਂ ਰੈਸ਼ਨਲ ਦੀ ਗੱਲ ਕਰਦੇ ਹਾਂ। ਰੈਸ਼ਨਲ ਦੇ ਵਿੱਚ ਕੀ ਕੀ ਹੁੰਦਾ ਹੈ ਸਾਡੇ ਪਾਸ? ਰੈਸ਼ਨਲ ਅਸੀਂ ਕਿੰਨੇ ਫਾਰਮ ਦੇ ਵਿੱਚ ਲਿਖਦੇ ਹਾਂ? ਜਾਂ ਤਾਂ P/Q ਫਾਰਮ 'ਚ ਆ ਜੀ ਸਾਡੇ ਪਾਸ, ਇਹ ਵੀ ਰੈਸ਼ਨਲ ਹੈ। 3.72 ਇਹ ਵਾਲਾ ਸਾਡੇ ਪਾਸ ਡੈਸੀਮਲ ਜਿਹੜਾ ਇਹਦੇ ਵਿੱਚ ਡਾਟਸ ਨਾ ਹੋਣ, ਮੀਨਸ ਇਹ ਸ਼ਾਂਤ ਹੋ ਗਿਆ, ਟਰਮੀਨੇਟ ਹੋ ਗਿਆ, ਇਹ ਵੀ ਰੈਸ਼ਨਲ ਹੈ। 3.72 ਪਰ ਬਾਰ ਆ ਜੇ, ਇਹ ਵੀ ਰੈਸ਼ਨਲ ਹੈ, ਕਿਉਂਕਿ ਨੌਨ ਟਰਮੀਨੇਟਿੰਗ ਰਿਪੀਟਿੰਗ ਹੈ, 7272 ਚੱਲਦਾ ਜਾਏਗਾ। ਜਾਂ ਇਸ ਤਰ੍ਹਾਂ ਜਿਵੇਂ 727272 ਸੋ ਹਮ ਦੇਖੋ ਰਿਪੀਟ ਹੋ ਰਿਹਾ ਹੈ। ਇਹ ਚਾਰੇ ਐਗਜ਼ਾਮਪਲਸ ਜਿਹੜੀਆਂ ਨੇ ਇਹ ਸਾਡੇ ਪਾਸ ਰੈਸ਼ਨਲ ਦੀਆਂ ਨੇ, ਇਹ ਰੈਸ਼ਨਲ ਨੰਬਰ ਹੀ ਹੈ। ਇਰਰੈਸ਼ਨਲ ਕਿਵੇਂ ਪਤਾ ਕਰਦੇ ਹਾਂ ਅਸੀਂ? ਇਰਰੈਸ਼ਨਲ ਦੇ ਵਿੱਚ ਇਹ ਵਾਲਾ ਟੌਪਿਕ ਆਉਂਦਾ, ਬਟ ਜਿਹੜੇ ਨੰਬਰਸ ਨੇ, ਪਹਿਲੀ ਗੱਲ ਤਾਂ ਉਹਦੇ ਵਿੱਚ ਡਾਟਸ ਹੋਣਗੇ, ਤਾਂ ਦੇਖੋ ਇੱਥੇ ਡਾਟ ਨਹੀਂ ਹੈ, ਇਹਦੇ ਵਿੱਚ ਡਾਟ ਹੈ, ਇਹਦੇ ਵਿੱਚ ਡਾਟ ਹੈ, ਦੋਨਾਂ ਦੇ ਵਿੱਚੋਂ ਇੱਕ ਇਰਰੈਸ਼ਨਲ ਹੋ ਸਕਦਾ ਹੈ। ਦੂਸਰਾ ਕਿੱਥੇ ਤੇ ਪਤਾ ਲੱਗੇਗਾ? ਇਹਨਾਂ ਦੋਨਾਂ ਦੇ ਵਿੱਚੋਂ ਕਿਵੇਂ ਆਇਡੈਂਟੀਫਾਈ ਕਰਾਂਗੇ? ਤਾਂ ਜਿਹੜੇ ਨੰਬਰ ਨੇ ਇਹ ਰਿਪੀਟ ਨਹੀਂ ਹੋਣੇ ਚਾਹੀਦੇ। ਦੇਖੋ ਇੱਥੇ ਕੀ ਆ ਰਿਹਾ, 61 61 61, ਇਹ ਰਿਪੀਟ ਹੋ ਰਿਹਾ ਹੈ, ਇਹ ਤਾਂ ਰੈਸ਼ਨਲ ਹੈ। ਜਿਸ ਦੇ ਵਿੱਚ ਰਿਪੀਟ ਨਹੀਂ ਹੋਣਗੇ, ਦੇਖੋ ਇੱਥੇ ਕਿੰਨਾ ਹੈ, 10 10 100 1000, ਇਹ ਪੇਅਰ ਸਹੀ ਨਹੀਂ ਬਣ ਰਿਹਾ, ਰਿਪੀਟ ਨਹੀਂ ਹੋ ਰਿਹਾ, 10 100 1000 10,000। ਸੋ ਸਾਡਾ ਰਾਈਟ ਆਪਸ਼ਨ ਕੀ ਹੈ? ਬੀ ਹੈ। ਇਹ ਸਾਡਾ ਕੀ ਹੈ? ਇਰਰੈਸ਼ਨਲ ਨੰਬਰ ਹੈ। ਸੋ ਰੈਸ਼ਨਲ ਕਿਸ ਤਰ੍ਹਾਂ ਲੱਭਣਾ ਹੈ? P/Q ਹੋ ਸਕਦਾ ਹੈ, ਡੈਸੀਮਲ ਫਾਰਮ ਸ਼ਾਂਤ ਹੋ ਸਕਦੀ ਹੈ, ਟਰਮੀਨੇਟਿੰਗ, ਇਹਦੇ ਉੱਪਰ ਬਾਰ ਆ ਸਕਦਾ ਹੈ, ਡਾਟਸ ਲਾ ਕੇ ਨੰਬਰ ਰਿਪੀਟ ਹੋ ਸਕਦੇ ਆ। ਫਿਰ ਕੀ ਹੈ? ਰੈਸ਼ਨਲ ਹੈ ਜਾਂ ਪਰਿਮੇਯ ਹੈ। ਜੇਕਰ ਇਹ ਵਾਲੇ ਨੰਬਰ ਜਿਹੜੇ ਨੇ ਇਹ ਰਿਪੀਟ ਨਹੀਂ ਹੋ ਰਹੇ, ਫਿਰ ਕੀ ਹੈ? ਇਰਰੈਸ਼ਨਲ ਹੈ, ਅਪਰਿਮੇਯ ਹੈ। ਕੁਐਸਚਨ ਨੰਬਰ 7 ਜਿਹੜਾ ਹੈ ਈਵਨ ਬੋਰਡ ਦੇ ਪੁਆਇੰਟ ਆਫ ਵਿਊ ਤੋਂ, ਬੋਰਡ ਐਗਜ਼ਾਮ ਦੇ ਤੋਂ ਵੀ ਇੰਪੋਰਟੈਂਟ ਹੈ ਬਹੁਤ, ਇਹ ਹਰ ਵਾਰ ਆਉਂਦਾ ਹੈ ਕੁਐਸਚਨ। ਸੋ HCF ਸਾਨੂੰ ਗਿਵਨ ਹੈ 306 ਦਾ ਤੇ 657 ਦਾ। ਸਾਡੇ ਪਾਸ HCF ਕੀ ਹੈ? 9 ਹੈ। ਅਸੀਂ ਕੀ ਫਾਈਂਡ ਕਰਨਾ ਹੈ? LCM। ਸਾਡੇ ਪਾਸ ਇੱਕ ਰਿਲੇਸ਼ਨ ਹੈ ਦੈਟ A into B is equal to HCF into LCM, ਕਿ ਦੋ ਨੰਬਰਾਂ ਦਾ ਜਿਹੜਾ ਗੁਣਨਫਲ ਹੈ ਉਹ HCF ਤੇ LCF ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਸੋ A ਗੁਣਾ B ਸਾਡੇ ਪਾਸ ਨੰਬਰ 306 ਤੇ 657 ਹੈ, ਤੇ ਅਸੀਂ LCM ਫਾਈਂਡ ਕਰਨਾ, HCF 9 ਹੈ। ਤਾਂ ਦੋਨੋਂ ਸਾਈਡ ਅਸੀਂ 9 ਦੇ ਨਾਲ ਕੀ ਕਰ ਦਿੰਦੇ ਹਾਂ? ਭਾਗ ਕਰ ਦਿੰਦੇ ਹਾਂ। ਤਾਂ 9 ਤੇ ਦੇਖੋ 3 ਤੇ 6 9, ਇਹ ਡਿਜਿਟਸ ਦਾ ਸਮ ਕੀ ਬਣਦਾ? 9 ਬਣਦਾ। ਸੋ 9 ਤੇ ਕੈਂਸਲ ਆਊਟ ਹੋ ਜਾਏਗਾ। ਸੋ ਇਹ ਤੁਹਾਨੂੰ ਸੋਲਵ ਹੀ ਕਰਨਾ ਪੈਣਾ ਹੈ, ਜੀ ਤਾਂ ਭਾਵੇਂ ਤੁਹਾਡੇ ਪਾਸ ਇੱਥੇ ਆਪਸ਼ਨਸ ਦਿੱਤੀਆਂ ਹੋਈਆਂ ਹੋਣ, ਤੁਹਾਨੂੰ ਹੱਲ ਕਰਕੇ ਹੀ ਆਨਸਰ ਫਾਈਂਡ ਕਰਨਾ ਪੈਣਾ ਹੈ। ਸੋ 9 ਤੀਏ 27 ਤੇ 9 ਚੌਕੇ 36, 657 ਨੂੰ ਜਦੋਂ ਤੁਸੀਂ 34 ਨਾਲ ਗੁਣਾ ਕਰੋਗੇ ਤਾਂ ਤੁਹਾਡੇ ਪਾਸ LCM ਆਏਗਾ। ਸੋ ਇਹਦਾ ਆਨਸਰ ਆ ਜਾਂਦਾ ਹੈ 22,338 ਸਮਥਿੰਗ। ਸੋ LCM ਕੀ ਹੋਗਾ ਸਾਡੇ ਪਾਸ? 22,338। ABCD ਇਹ ਚਾਰ ਆਪਸ਼ਨਸ ਕਿਉਂ ਨਹੀਂ ਲਿਖੀਆਂ ਨੇ? ਕਿਉਂਕਿ ਇਸ ਕੁਐਸਚਨ ਸਾਨੂੰ ਪੂਰਾ ਸੋਲਵ ਕਰਨਾ ਹੀ ਪੈਣਾ ਹੈ। ਮੇਬੀ ਇਹ ਸੈਕੰਡ ਸੈਕਸ਼ਨ ਦੇ ਵਿੱਚ ਜਿਹੜਾ 21 ਤੋਂ ਲੈ ਕੇ 30 ਤੱਕ ਤੁਹਾਡੇ 2 ਮਾਰਕਸ ਵਾਲੇ ਕੁਐਸਚਨ ਆਣੇ ਨੇ, ਉੱਥੇ ਹਿੱਟ ਹੋਏਗਾ ਇਹ ਕੁਐਸਚਨ। ਇਸੇ ਤਰ੍ਹਾਂ ਜਿਹੜਾ ਕੁਐਸਚਨ ਨੰਬਰ 8 ਹੈ ਉਹ ਵੀ ਸਾਡੇ ਪਾਸ LCM ਤੇ HCF ਦੇ ਅੰਡਰਸਟੈਂਡਿੰਗ ਦੇ ਬੇਸਡ ਹੈ, ਲਰਨਿੰਗ ਆਊਟਕਮ ਦੇ ਬੇਸਡ ਹੈ। ਲੈਂਥ ਐਂਡ ਬ੍ਰੈਥ ਆਫ ਅ ਗਰਾਊਂਡ ਆਰ 96 ਐਂਡ 72 ਮੀਟਰ। ਸਾਡੇ ਪਾਸ ਲੈਂਥ ਤੇ ਬ੍ਰੈਥ ਕਿੰਨੀ ਹੈ? 96 ਤੇ 72 ਮੀਟਰ ਹੈ। ਸੋ ਫਾਈਂਡ ਦੀ ਲੈਂਥ ਆਫ ਦ ਲਾਰਜੈਸਟ ਰੋਡ ਦੈਟ ਕੈਨ ਮੈਜ਼ਰ ਲੈਂਥ ਐਂਡ ਬ੍ਰੈਥ ਐਗਜ਼ੈਕਟਲੀ। ਅਸੀਂ ਸਾਡੇ ਪਾਸ ਇੱਕ ਗਰਾਊਂਡ ਹੈ ਜਿਸ ਦੀ ਲੰਬਾਈ ਤੇ ਚੜਾਈ 96 ਮੀਟਰ ਤੇ 72 ਮੀਟਰ ਹੈ। ਸਭ ਤੋਂ ਵੱਡੀ ਸੋਟੀ ਦਾ ਮਾਪ ਪਤਾ ਕਰਨਾ ਹੈ ਜਿਹੜਾ ਦੋਵਾਂ ਨੂੰ ਪੂਰਾ ਮਾਪ ਸਕੇ। ਸੋ ਦੇਖੋ ਪਹਿਲੀ ਗੱਲ ਤਾਂ ਆਪਾਂ ਨੇ ਚਾਰ ਆਪਸ਼ਨਸ ਲਈਆਂ ਨੇ ਕਿ ਜਿਹੜੀ ਸੋਟੀ ਦੇ ਨਾਲ ਅਸੀਂ ਮਾਪਾਂਗੇ ਤਾਂ ਕਾਮਨ ਸੈਂਸ ਹੈ ਕਿ 96 ਮੀਟਰ ਤੇ 72 ਮੀਟਰ ਤੋਂ ਛੋਟੀ ਹੋਏਗੀ ਤਦ ਹੀ ਮਾਪ ਸਕਦੇ ਹਾਂ ਅਸੀਂ। ਸੋ 288 ਤਾਂ ਹੋ ਨਹੀਂ ਸਕਦਾ, ਇੱਕ ਆਪਸ਼ਨ ਤਾਂ ਅਸੀਂ ਕੱਢਤੀ ਹੈ ਕਿ ਮੀਨ ਜਿਹੜਾ ਸਾਡਾ ਆਨਸਰ ਆਉਣਾ ਚਾਹੀਦਾ 96 ਤੇ 72 ਤੋਂ ਛੋਟਾ ਆਉਣਾ ਚਾਹੀਦਾ। ਸੈਕੰਡਲੀ 72 ਮੀਟਰ ਮਾਪਣਾ ਹੈ ਤਾਂ ਘੱਟੋ ਘੱਟ 72 ਮੀਟਰ ਦੀ ਸੋਟੀ ਚਾਹੀਦੀ ਹੈ, 96 ਵੀ ਨਹੀਂ ਬਣਦਾ। ਮੀਨਸ ਟੂ ਸੇ ਕੀ ਹੈ ਕਿ ਸਾਨੂੰ ਇੱਕ ਸੋਟੀ ਦੀ ਮੈਜ਼ਰਮੈਂਟ ਚਾਹੀਦੀ ਹੈ, ਇੱਕ ਸਟਿਕ ਦੀ, ਜਿਹੜੀ ਦੋਨਾਂ ਨੂੰ ਪੂਰਾ ਡਿਵਾਈਡ ਕਰੇ। ਦੈਟ ਮੀਨਸ ਹਾਈਐਸਟ ਕਾਮਨ ਫੈਕਟਰ।
ਮਮਾ ਸੱਸਾ ਵਾਵਾ ਜਿਹੜਾ 72 ਨੂੰ ਵੀ ਭਾਗ ਕਰ ਦੇਵੇ ਨੰਬਰ ਤੇ ਜਿਹੜਾ 96 ਨੂੰ ਵੀ ਭਾਗ ਕਰ ਦੇਵੇ ਤਾਂ ਦੇਖੋ 24 ਤੇ 12 ਦੋਨੋਂ ਭਾਗ ਕਰਦੇ ਨੇ 12 8 96 12 6 ਕੇ 72 ਸਾਨੂੰ ਫਾਈਂਡ ਕਰਨ ਦੀ ਲੋੜ ਨਹੀਂ ਹੈ 24 ਚੌਕੇ 96 24 ਤੀਏ 72 ਦੋਨੋਂ ਕਰਦੇ ਨੇ ਬਟ ਸਾਨੂੰ ਪੁੱਛਿਆ ਕੀ ਗਿਆ ਸਭ ਤੋਂ ਵੱਡੀ ਤਾਂ ਵੱਡਾ ਕੌਣ ਹੈ 24 ਸੋ HCF ਕੀ ਹੋਏਗਾ ਅਸੀਂ ਫਾਈਂਡ ਕੀ ਕਰਨਾ ਇੱਥੇ ਐਕਚੁਅਲ ਦੇ ਵਿੱਚ HCF ਫਾਈਂਡ ਕਰਨਾ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਮੰਮਾ ਸੱਸਾ ਵਾਵਾ ਪਤਾ ਕਰਨਾ ਹੈ ਸੋ ਤੁਸੀਂ ਮੰਮਾ ਸੱਸਾ ਵਾਵਾ ਪਤਾ ਵੀ ਕਰ ਸਕਦੇ ਹੋ ਇਸ ਤਰੀਕੇ ਜ਼ਬਾਨੀ ਆਨਸਰ ਵੀ ਕਰ ਸਕਦੇ ਹੋ ਕਿ ਦੋਨੋਂ ਨੰਬਰਸ ਨੂੰ ਕਿਹੜੀ ਵੈਲਿਊ ਜਿਹੜੀ ਹੈ ਡਿਵਾਈਡ ਕਰਦੀ ਹੈ ਸੋ ਇਹ ਕੁਐਸਚਨ ਜਿਹੜਾ ਹੈ ਤੁਹਾਡੇ ਅੰਡਰਸਟੈਂਡਿੰਗ ਦੇ ਬੇਸਡ ਹੈ ਸੋ ਜਾਂ ਤਾਂ ਤੁਸੀਂ HCF ਫਾਈਂਡ ਕਰ ਲਓ ਜਾਂ ਇਕੱਲੇ ਕਦੇ ਨੂੰ ਫਟਾਫਟ ਡਿਵਾਈਡ ਕਰਕੇ ਚੈੱਕ ਕਰ ਲਓ ਕਿ ਦੋਵਾਂ ਨੰਬਰਸ ਨੂੰ ਕਿਹੜਾ ਡਿਵਾਈਡ ਕਰਦਾ ਹੈ ਸੋ ਤੁਹਾਡਾ ਕੀ ਹੈ ਰਾਈਟ ਆਨਸਰ ਹੈ ਕੁਐਸਚਨ ਨੰਬਰ 9 ਫਾਈਂਡ ਦੀ ਨੰਬਰ ਆਫ ਜ਼ੀਰੋਜ਼ ਆਫ ਦਾ ਗਿਵਨ ਪੋਲੀਨੋਮੀਅਲ ਸਾਡੇ ਪਾਸ ਇੱਕ ਗ੍ਰਾਫ ਗਿਵਨ ਹੈ ਪੋਲੀਨੋਮੀਅਲ ਦਾ ਬਹੁਪਦ ਦਾ ਅਸੀਂ ਸਿਫਰਾਂ ਦੀ ਗਿਣਤੀ ਪਤਾ ਕਰਨੀ ਕਿ ਨੰਬਰ ਆਫ ਜ਼ੀਰੋਜ਼ ਕਿੰਨੀਆਂ ਨੇ ਇਸ ਦੀਆਂ ਸੋ ਦੋਸਤੋ ਜਿੰਨੀ ਵਾਰ ਵੀ ਗ੍ਰਾਫ ਜਿਹੜਾ ਹੈ ਉਹ ਐਕਸ ਐਕਸਿਸ ਨੂੰ ਕੱਟ ਕਰਦਾ ਹੈ ਜਾਂ ਟੱਚ ਕਰਦਾ ਹੈ ਉਨੀਆਂ ਸਾਡੇ ਪਾਸ ਨੰਬਰ ਆਫ ਜ਼ੀਰੋਜ਼ ਹੁੰਦੀਆਂ ਨੇ ਸੋ ਜੇਕਰ ਇਹ px ਦਾ ਗ੍ਰਾਫ ਹੈ ਤਾਂ 1 2 3 y ਐਕਸਿਸ ਵੱਲ ਧਿਆਨ ਨਹੀਂ ਦੇਣਾ ਅਸੀਂ ਇਸ ਲਾਈਨ ਤੇ ਚੱਲਣਾ ਹੈ ਕਿੰਨੀ ਵਾਰ ਕੱਟ ਕੀਤਾ 1 2 3 ਸੋ ਰਾਈਟ ਆਪਸ਼ਨ ਕੀ ਹੋਏਗੀ 3 ਜਿੰਨੀ ਵਾਰ ਗ੍ਰਾਫ ਜਿਹੜਾ ਹੈ x ਤੋਂ ਇਹਨੂੰ ਕੱਟੂਗਾ ਉਨੀਆਂ ਸਾਡੀਆਂ ਨੰਬਰ ਆਫ ਜ਼ੀਰੋਜ਼ ਹੋਣਗੀਆਂ ਕੁਐਸਚਨ ਨੰਬਰ 10 ਦਿੱਤੇ ਦੋ ਘਾਤੀ ਬਹੁਪਦ ਸਾਡੇ ਪਾਸ ਕੁਆਡਰੈਟਿਕ ਪੋਲੀਨੋਮੀਅਲ ਹੈ ਇਸ ਦੀਆਂ ਸਿਫਰਾਂ ਦਾ ਜੋੜਫਲ ਸਮ ਆਫ ਜ਼ੀਰੋਜ਼ ਕੀ ਹੋਊਗਾ 7 -7 12 ਆਪਣੇ ਆਪਸ਼ਨਸ ਲੈ ਲਈਆਂ ਨੇ ਸੋ ਸਮ ਆਫ ਜ਼ੀਰੋਜ਼ ਇਹਦੇ ਵਾਸਤੇ ਅਸੀਂ ਇੱਕ ਫਾਰਮੂਲਾ ਦੇਖਦੇ ਹਾਂ ਕਿ ਸਾਡੇ ਪਾਸ ਜੇਕਰ x ਸਕੁਅਰ ਦਾ ਕੋਫੀਸ਼ੀਐਂਟ ਹਮੇਸ਼ਾ ਅਸੀਂ ਚੈੱਕ ਕਰਦੇ ਹਾਂ 1 ਹੋਵੇ ਤਾਂ ਜਿਹੜੀ ਸਾਡੀ ਮਿਡਲ ਟਰਮ ਹੈ ਇਹ ਸਮ ਨੂੰ ਰਿਪਰੈਜ਼ੈਂਟ ਕਰਦੀ ਹੈ ਅਸੀਂ ਅਕਸਰ ਇਸ ਤਰੀਕੇ ਨਾਲ x ਸਕੁਅਰ ਮਾਈਨਸ sx ਪਲੱਸ p ਕਰਕੇ ਕੁਆਡਰੇਟਿਕ ਜਿਹੜੇ ਪੋਲੀਨੋਮੀਅਲ ਹੈ ਉਸ ਨੂੰ ਫਾਰਮ ਕਰਦੇ ਹਾਂ ਜਾਂ ਸਮ ਆਫ ਜੋ ਸਾਡਾ ਰੂਟਸ ਹੈ ਜ਼ੀਰੋਜ਼ ਹੈ ਸੌਰੀ ਉਹਨੂੰ ਅਸੀਂ ਗਿਵਨ ਦਿੰਦੇ ਹਾਂ ਮਾਈਨਸ b/a ਕਰਕੇ ਨੈਗੇਟਿਵ ਸੋ ਇਹਨੂੰ ਅਸੀਂ ਕੰਪੇਅਰ ਕਿਵੇਂ ਕਰਦੇ ਹਾਂ ax ਸਕੁਅਰ ਪਲੱਸ bx ਪਲੱਸ c ਫਸਟ ਨੰਬਰ ਸਾਡਾ a ਸੈਕੰਡ ਨੰਬਰ ਸਾਡਾ b ਲਾਸਟ ਨੰਬਰ ਸਾਡਾ c ਮਾਈਨਸ b/a ਸੋ b ਕੀ ਹੈ ਸਾਡੇ ਪਾਸ ਇਸ ਟਾਈਮ ਇੱਥੇ -7 ਹੈ ਮਾਈਨਸ ਆਫ -7 ਤਾਂ +7 a ਕਿੰਨਾ ਸਾਡੇ ਪਾਸ 1 ਤਾਂ ਸਾਡਾ ਰਾਈਟ ਆਪਸ਼ਨ ਕੀ ਬਣਨਾ ਚਾਹੀਦਾ ਹੈ 7 ਸਮ ਆਫ ਜ਼ੀਰੋਜ਼ ਕਿਵੇਂ ਪਤਾ ਕਰਦੇ ਹਾਂ -b/a ਕਰਕੇ ਕਰਦੇ ਹਾਂ ਮਿਡਲ ਟਰਮ ਮੇਰੇ ਪਾਸ ਮਾਈਨਸ ਇੱਕ -7 ਹੈ ਦੂਸਰਾ b ਦੇ ਅੱਗੇ ਵੀ ਮਾਈਨਸ ਹੈ ਤਾਂ ਮਾਈਨਸ ਮਾਈਨਸ ਕੀ ਬਣ ਜਾਊਗਾ ਪਲੱਸ ਓਵਰ a ਕਿੰਨਾ ਮੇਰੇ ਪਾਸ 1 ਤਾਂ 7/1 ਕੀ ਬਣਿਆ +7 ਸੋ ਮਿਡਲ ਟਰਮ ਦਾ ਆਪੋਜ਼ਿਟ ਸਾਈਨ ਲੈਣਾ ਆਪਾਂ ਨੇ ਜੋ ਲਾਸਟ ਟਰਮ ਹੈ ਇਹ ਸਾਡਾ ਪ੍ਰੋਡਕਟ ਦਾ ਰੂਪ ਦੇ ਵਿੱਚ ਆਉਂਦੀ ਹੈ ਸੋ ਇਹ ਦੋ ਵੈਲਿਊ ਸਾਨੂੰ ਕਨਫਿਊਜ਼ ਕਰਨ ਦੇ ਲਈ ਹੈ ਰਾਈਟ ਆਪਸ਼ਨ ਸਾਡੀ ਕੀ ਹੈ 7 ਹੈ ਤੁਹਾਡੇ ਪਾਸ ਕੁਆਡਰੈਟਿਕ ਪੋਲੀਨੋਮੀਅਲ ਚੇਂਜ ਹੋ ਸਕਦਾ ਹੈ ਬਟ ਮਿਡਲ ਟਰਮ ਦੇ ਨਾਲ ਹੀ ਅਸੀਂ ਸਮ ਨੂੰ ਡਿਸਾਈਡ ਕਰਨਾ ਹੈ ਤੁਹਾਨੂੰ ਐਗਜ਼ਾਮ ਦੇ ਵਿੱਚ ਕਨਫਿਊਜ਼ ਕੀਤਾ ਜਾ ਸਕਦਾ ਹੈ ਕਿ x ਸਕੁਅਰ 12 ਸੈਂਟਰ ਤੇ ਪਾ ਦਈਏ ਅਸੀਂ 7x ਨੂੰ ਪਿੱਛੇ ਲੈ ਜਾਈਏ ਤਾਂ ਪਾਵਰਸ ਹਮੇਸ਼ਾ ਘਟਦੇ ਕ੍ਰਮ 'ਚ ਲੈ ਕੇ ਜਾਣੀਆਂ ਪਹਿਲਾਂ ਇਹਨੂੰ ਅਸੀਂ ਸਹੀ ਫਾਰਮ ਦੇ ਵਿੱਚ ਲਿਖਣਾ ਹੈ ਪਹਿਲਾਂ ਕਿਸ ਤਰ੍ਹਾਂ x ਸਕੁਅਰ -7x ਪਲੱਸ 12 ਫਿਰ ਅਸੀਂ ਆਪਣੇ ਆਨਸਰ ਦੇਣਾ ਹੈ ਫਿਰ ਡਿਸਾਈਡ ਕਰਨਾ ਕਿ ਸਮ ਕੀ ਹੈ ਪ੍ਰੋਡਕਟ ਕੀ ਹੈ ਕੁਐਸਚਨ ਨੰਬਰ 11 ਵੀ ਸਾਡਾ ਬਹੁਪਦ ਦੀਆਂ ਸਿਫਰਾਂ ਤੇ ਹੀ ਬੇਸਡ ਹੈ ਗੁਣਨਫਲ ਕੀ ਹੋਵੇਗਾ ਜ਼ੀਰੋਜ਼ ਦਾ ਪ੍ਰੋਡਕਟ ਕੀ ਹੋਏਗਾ ਸੋ ਅਸੀਂ ਗੱਲ ਕੀਤੀ ਸੀ ਕਿ x ਦਾ ਕੋਫੀਸ਼ੀਐਂਟ ਕੀ ਹੋਣਾ ਚਾਹੀਦਾ ਹੈ 1 ਹੋਣਾ ਚਾਹੀਦਾ ਹੈ ਕਦੇ ਵੀ ਟਰੈਪ ਦੇ ਵਿੱਚ ਫਸਣਾ ਨਹੀਂ ਹੈ ਜਾਲ ਦੇ ਵਿੱਚ ਫਸਣਾ ਨਹੀਂ ਹੈ ਇੱਥੇ x ਦਾ ਕੋਫੀਸ਼ੀਐਂਟ ਕਿੰਨਾ ਹੈ 3 ਹੈ ਸੋ ਲਾਸਟ ਟਰਮ ਜਿਹੜੀ ਸਾਡੀ ਉਹ ਪ੍ਰੋਡਕਟ ਨੂੰ ਰਿਪਰੈਜ਼ੈਂਟ ਕਰਦੀ ਹੈ ਮੀਨਸ ਟੂ ਸੇ ਜਾਂ ਤਾਂ ਅਸੀਂ c/a ਫਾਈਂਡ ਕਰ ਲਈਏ ਪ੍ਰੋਡਕਟ a b c c ਕੀ ਹੈ ਮੇਰੇ ਪਾਸ 12 ਹੈ ਇਹ ਮੇਰੇ ਪਾਸ 3 ਹੈ 3 ਚੌਕੇ 12 ਤਾਂ ਪ੍ਰੋਡਕਟ ਕੀ ਹੋਊਗਾ ਪ੍ਰੋਡਕਟ ਆਫ ਜ਼ੀਰੋਜ਼ ਕੀ ਹੋਏਗਾ 4 ਤਾਂ ਦੇਖੋ 12 ਵੀ ਦਿੱਤਾ ਤਾਂ ਅਸੀਂ ਟਰੈਪ ਦੇ ਵਿੱਚ ਫਸ ਸਕਦੇ ਹਾਂ ਕਿ 12 ਆਪਸ਼ਨ ਹੈ ਕਿਉਂਕਿ 12 ਜੇ ਅਸੀਂ ਡਾਇਰੈਕਟਲੀ ਇਸ ਤਰੀਕੇ ਨਾਲ ਕੰਪੇਅਰ ਕਰ ਲਈਏ x ਸਕੁਅਰ ਮਾਈਨਸ sx ਪਲੱਸ p ਦੇ ਨਾਲ ਤਾਂ ਲਾਸਟ ਟਰਮ ਪ੍ਰੋਡਕਟ ਬਣ ਜਾਂਦੀ ਹੈ ਬਟ ਇੱਥੇ x ਦਾ ਕੋਫੀਸ਼ੀਐਂਟ ਕਿੰਨਾ ਹੈ 1 ਹੈ ਬਟ ਇੱਥੇ x ਦਾ ਕੋਫੀਸ਼ੀਐਂਟ ਕਿੰਨਾ ਹੈ 3 ਹੈ ਗੁਣਾਕ ਤਾਂ ਇੱਥੇ 1 ਹੋਣਾ ਚਾਹੀਦਾ ਸੀ ਸਾਨੂੰ ਸਾਰਿਆਂ ਨੂੰ 3 ਨਾਲ ਡਿਵਾਈਡ ਕਰਨਾ ਪਊਗਾ ਇੱਕ ਤਰੀਕੇ ਨਾਲ ਤਾਂ ਅਸੀਂ 3 ਚੌਕੇ 12 ਤਾਂ ਸਾਡੀ ਰਾਈਟ ਆਪਸ਼ਨ ਕੀ ਹੈ 4 ਹੈ ਤਾਂ ਇੱਥੇ ਕਨਫਿਊਜ਼ ਨਹੀਂ ਹੋ ਜਾਣਾ ਹੈ ਸੋ x ਦਾ ਕੋਫੀਸ਼ੀਐਂਟ ਅਸੀਂ 1 ਕਰਦੇ ਹਾਂ ਜਾਂ ਤਾਂ ਤੁਸੀਂ c/a ਵਾਲਾ ਟ੍ਰਿਕ ਲਾ ਲਓ ਕਿ ਸਮ ਮਾਈਨਸ b/a ਹੁੰਦਾ ਤੇ ਸਮ ਪ੍ਰੋਡਕਟ c/a ਹੁੰਦਾ ਹੈ ਤਦ ਵੀ ਤੁਹਾਡੇ ਪਾਸ ਰਾਈਟ ਆਪਸ਼ਨ ਮਿਲ ਜਾਏਗੀ ਜੇਕਰ ਤੁਸੀਂ ਇਹਦੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ x ਦਾ ਕੋਫੀਸ਼ੀਐਂਟ ਹਮੇਸ਼ਾ 1 ਕਰਨਾ ਹੈ ਇੱਥੇ x ਦਾ ਕੋਫੀਸ਼ੀਐਂਟ ਕਿੰਨਾ ਹੈ 3 ਹੈ ਤਾਂ ਅਸੀਂ ਇਸ ਨੂੰ 3 ਨਾਲ ਡਿਵਾਈਡ ਕਰ ਸਕਦੇ ਹਾਂ ਤਾਂ ਲਾਸਟ ਟਰਮ ਸਾਡੀ ਪ੍ਰੋਡਕਟ ਬਣੇਗੀ 3 ਚੌਕੇ 12 ਤਾਂ ਰਾਈਟ ਆਪਸ਼ਨ ਕੀ ਬਣੇਗੀ ਸਾਡੀ 4 ਕੁਐਸਚਨ ਨੰਬਰ 12 ਤਾਂ ਇਹ ਵੀ ਆਲਮੋਸਟ ਉਸੇ ਚੀਜ਼ ਦੇ ਬੇਸਡ ਹੈ ਕਿਸੇ ਦੋ ਘਾਤੀ ਬਹੁਪਦ ਦੇ ਸਿਫਰਾਂ ਦਾ ਜੋੜ 4 ਹੈ
ਗੁਣਨਫਲ 1 ਹੈ, ਸਮ ਸਾਡੇ ਪਾਸ ਕੀ ਹੈ 4 ਤੇ ਪ੍ਰੋਡਕਟ ਕੀ ਹੈ 1। ਤਾਂ ਅਸੀਂ ਕੁਆਡਰੈਟਿਕ ਪੋਲੀਨੋਮੀਅਲ ਫਾਰਮ ਕਰਨਾ ਹੈ। ਇਹ ਬੋਰਡ ਐਗਜ਼ਾਮ ਦੇ ਵਿੱਚ ਵੀ ਅਕਸਰ ਜਿਹੜਾ ਕੁਐਸਚਨ ਹੈ 2 ਮਾਰਕਸ ਦਾ ਆਉਂਦਾ ਹੈ, ਤਾਂ ਟੈਸਟ ਦੇ ਵਿੱਚ ਲਾਜ਼ਮੀ ਆਊਗਾ। ਵੈਲਿਊਜ਼ ਚੇਂਜ ਹੋ ਸਕਦੀਆਂ ਨੇ ਬਟ ਕੁਐਸਚਨ ਜ਼ਰੂਰ ਹੋਏਗਾ ਇਹ। ਸੋ ਅਸੀਂ ਹੁਣੇ ਗੱਲ ਕੀਤੀ ਸੀ ਕਿ ਜਦੋਂ ਕਦੇ ਵੀ ਅਸੀਂ ਕੁਆਡਰੈਟਿਕ ਪੋਲੀਨੋਮੀਅਲ ਫਾਰਮ ਕਰਨਾ ਹੈ ਤਾਂ ਅਸੀਂ ਐਕਸ ਸਕੁਏਅਰ ਮਾਈਨਸ ਐਸ ਐਕਸ ਪਲੱਸ ਬੀ, ਐਸ ਤੋਂ ਭਾਵ ਹੈ ਸਮ, ਜੋੜ। ਤਾਂ ਦੇਖੋ ਐਕਸ ਸਕੁਏਅਰ ਸਾਰਿਆਂ 'ਚ ਹੈ, ਸਮ ਮਾਈਨਸ ਆਉਣਾ ਚਾਹੀਦਾ 4, ਜੋੜ 4 ਹੈ, ਦੈਟ ਮੀਨਸ -4। ਜਦੋਂ ਮੈਂ ਇੱਥੇ 4 ਪੁੱਟ ਕਰਾਂਗਾ -4 ਇਹਦੇ ਵਿੱਚ ਆਉਂਦਾ ਹੈ, -4 ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਦੋਨਾਂ ਦੇ ਵਿੱਚੋਂ ਇੱਕ ਆਪਸ਼ਨ ਰਹੇਗੀ ਸਾਡੀ। ਪਲੱਸ ਪੀ ਪੀ ਕਿੰਨਾ, ਪ੍ਰੋਡਕਟ ਕਿੰਨਾ 1, ਤਾਂ +1 ਇਹ ਮਾਈਨਸ ਹੈ, ਤਾਂ ਸਾਡੀ ਰਾਈਟ ਆਪਸ਼ਨ ਕੀ ਹੈ ਐਕਸ ਸਕੁਏਅਰ ਮਾਈਨਸ ਸਮ, ਐਸ ਸਮ ਦੀ ਜਗ੍ਹਾ ਤੇ ਕੀ ਪੁੱਟ ਕੀਤਾ 4x ਪਲੱਸ ਪੀ ਕੀ ਹੈ ਸਾਡੇ ਪਾਸ, ਪ੍ਰੋਡਕਟ ਕੀ ਹੈ 1। ਹੋ ਸਕਦਾ ਕੁਐਸਚਨ ਤੋਂ ਦੇ ਵਿੱਚ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਸਿਫਰਾਂ ਦੇ ਦਿੱਤੀਆਂ ਜਾਣ, ਜ਼ੀਰੋਜ਼ ਦਿੱਤੀਆਂ ਜਾਣ, ਤਾਂ ਤੁਸੀਂ ਪਹਿਲਾਂ ਜੋੜ ਪਤਾ ਕਰਨਾ ਹੈ ਤੇ ਉਹਨਾਂ ਦੀ ਗੁਣਾ ਪਤਾ ਕਰਨੀ ਹੈ, ਪ੍ਰੋਡਕਟ ਤੇ ਸਮ ਪਤਾ ਕਰਨੀ ਹੈ। ਜੇਕਰ ਸਵਾਲ ਪੁੱਛ ਲਿਆ ਜਾਵੇ ਸਿਫਰਾਂ ਕਈ ਨੇ 2 ਤੇ 3 ਨੇ, ਤਾਂ ਇਹ ਸਿਫਰਾਂ ਨੇ ਨਾ ਕਿ ਜੋੜ ਤੇ ਗੁਣਾ ਹੈ। ਤਾਂ ਤੁਸੀਂ ਪਹਿਲਾਂ ਇਹਨਾਂ ਨੂੰ ਜੋੜੋਗੇ, 2 ਤੇ 3 5 ਕਰੋਗੇ ਤੇ ਗੁਣਾ ਵੀ ਕਰੋਗੇ, 2 ਗੁਣਾ 3 ਪ੍ਰੋਡਕਟ ਕਿੰਨਾ ਆਊਗਾ 6, ਫਿਰ ਇਹਦੇ ਵਿੱਚ ਵੈਲਿਊਜ਼ ਪੁੱਟ ਕਰੋਗੇ। ਸੋ ਇਸ ਕੁਐਸਚਨ ਦੇ ਵਿੱਚ ਫਸ ਨਹੀਂ ਜਾਣਾ ਹੈ, ਕਨਫਿਊਜ਼ ਨਹੀਂ ਹੋ ਜਾਣਾ ਹੈ। ਕੁਐਸਚਨ ਨੰਬਰ 13 ਜੋ ਹੈ ਲਾਸਟ ਈਅਰ ਵੀ ਆ ਚੁੱਕਿਆ ਹੈ ਸਾਡੇ ਪਾਸ। ਕਿਸੇ ਦੋ ਘਾਤੀ ਬਹੁਪਦ ਦੇ ਸਿਫਰਾਂ ਦੇ ਜੋੜ ਅਤੇ ਬਹੁਪਦ ਦੇ ਗੁਣਾਂਕਾਂ ਦੇ ਵਿੱਚ ਕੀ ਸੰਬੰਧ ਹੈ। ਅਸੀਂ ਪਿੱਛੇ ਕੁਐਸਚਨ ਕਰ ਚੁੱਕੇ ਹਾਂ, ਰਿਲੇਸ਼ਨ ਬਿਟਵੀਨ ਸਮ ਆਫ ਜ਼ੀਰੋਜ਼ ਐਂਡ ਦਾ ਕੋਫੀਸ਼ੀਐਂਟਸ। ਸੋ ਹੁਣੇ ਅਸੀਂ ਗੱਲ ਕੀਤੀ ਸੀ ਕਿ ਸਮ ਜਿਹੜਾ ਹੈ ਮਿਡਲ ਟਰਮ ਦੇ ਨਾਲ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਕਿ ਸਮ ਇਜ਼ ਇਕੁਅਲ ਟੂ ਮਿਡਲ ਟਰਮ ਦਾ ਸਾਈਨ ਅਸੀਂ ਆਪੋਜ਼ਿਟ ਲੈਂਦੇ ਹਾਂ -b/a। ਇਹ ਇੱਕ ਤਰੀਕੇ ਨਾਲ ਮੈਮਰੀ ਦਾ ਕੁਐਸਚਨ ਹੈ, ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਅਦਰਵਾਈਜ਼ ਮੈਂ ਗੱਲ ਕੀਤੀ ਸੀ ਕਿ ਐਕਸ ਸਕੁਏਅਰ ਮਾਈਨਸ ਐਸ ਐਕਸ ਪਲੱਸ ਪੀ ਹੁੰਦਾ ਹੈ। ਜੇ ਮੈਂ ਇਹਦੇ ਨਾਲ ਕੰਪੇਅਰ ਕਰਾਂ ਏ ਐਕਸ ਸਕੁਏਅਰ ਪਲੱਸ ਬੀ ਐਕਸ ਪਲੱਸ ਸੀ, ਤਾਂ ਸਮ ਦੇ ਸਾਹਮਣੇ b ਆਉਂਦਾ ਹੈ ਬਟ ਇੱਥੇ 1 ਹੋਣਾ ਚਾਹੀਦਾ। ਤਾਂ ਮੈਂ a ਦੇ ਨਾਲ ਸਾਰਿਆਂ ਨੂੰ ਕੀ ਕਰੂੰਗਾ, ਡਿਵਾਈਡ ਕਰੂੰਗਾ। ਤਾਂ ਸਮ ਦੇ ਸਾਹਮਣੇ ਕੀ ਹੈਗਾ, ਦੇਖੋ ਇੱਥੇ ਨੈਗੇਟਿਵ ਸਾਈਨ ਹੈ, ਇੱਥੇ ਪੋਜ਼ੀਟਿਵ ਹੈ, ਦੈਟ ਮੀਨਸ -s ਇਜ਼ ਇਕੁਅਲ ਟੂ b/a। ਸੋ s ਕੀ ਬਣ ਗਿਆ -b/a। ਤਾਂ ਸਾਡੀ ਰਾਈਟ ਆਪਸ਼ਨ ਕੀ ਹੈ -b/a। ਈਵਨ ਪ੍ਰੋਡਕਟ ਦੇ ਨਾਲ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਸਮ ਆਫ ਜ਼ੀਰੋਜ਼ ਤਾਂ -b/a, ਜੇ ਪ੍ਰੋਡਕਟ ਆਫ ਜ਼ੀਰੋਜ਼ ਆ ਗਿਆ ਤਾਂ ਸਾਡੇ ਪਾਸ ਕੀ ਹੁੰਦਾ ਹੈ c/a। ਦੋਨੋਂ ਕੁਐਸਚਨਾਂ ਦੇ ਵਿੱਚੋਂ ਇੱਕ ਕੁਐਸਚਨ ਯਕੀਨਨ ਤੁਹਾਨੂੰ ਟੈਸਟ ਦੇ ਵਿੱਚ ਮਿਲੇਗਾ ਇਹ। ਕੁਐਸਚਨ ਨੰਬਰ 14 ਜੋ ਹੈ ਉਹ ਅੰਡਰਸਟੈਂਡਿੰਗ ਦੇ ਬੇਸਡ ਹੈ। ਬਹੁਪਦ ਦੀ ਘਾਤ ਕੀ ਹੈ, ਵਟ ਇਜ਼ ਦੀ ਪਾਵਰ ਆਫ ਦਾ ਪੋਲੀਨੋਮੀਅਲ। ਸੋ ਪਾਵਰ ਕੀ ਹੁੰਦੀ ਹੈ, ਸਭ ਤੋਂ ਵੱਡੀ ਘਾਤ। ਸਟੂਡੈਂਟ ਅਕਸਰ ਸਭ ਤੋਂ ਪਹਿਲੇ ਨੰਬਰ ਦੀ ਘਾਤ ਜਿਹੜੀ ਹੈ ਪਾਵਰ ਉਸ ਨੂੰ ਲਿਖ ਦਿੰਦੇ ਨੇ, ਜੋ ਗਲਤੀ ਕਰਦੇ ਨੇ। ਸੋ ਇੱਥੇ ਸਾਡੇ ਪਾਸ ਸਭ ਤੋਂ ਵੱਡੀ ਪਾਵਰ ਕਿੰਨੀ ਆਉਂਦੀ ਹੈ x³। ਸੋ ਇਸ ਪੋਲੀਨੋਮੀਅਲ ਦੀ ਜਿਹੜੀ ਪਾਵਰ ਹੈ, ਜਿਹੜੀ ਘਾਤ ਹੈ ਉਹ 3 ਹੈ। ਸੋ ਸਾਡੀ ਰਾਈਟ ਆਪਸ਼ਨ ਕੀ ਹੈ 3। ਸਭ ਤੋਂ ਵੱਡੀ ਪਾਵਰ, ਇਸ ਗੱਲ ਦਾ ਧਿਆਨ ਰੱਖਣਾ ਹੈ, ਵਿਚਕਾਰ ਕਿਤੇ ਆ ਸਕਦੀ ਹੈ। ਜੋ ਸਟੈਂਡਰਡ ਫਾਰਮ ਹੈ ਅਸੀਂ ਇਹਨੂੰ ਘਟਦੇ ਕ੍ਰਮ 'ਚ ਲਿਖਦੇ ਹਾਂ ਪਾਵਰਸ ਨੂੰ, ਬਟ ਜੇਕਰ ਵਿਚਕਾਰ ਕਿਤੇ ਪਾਵਰ ਵੱਡੀ ਹੈ ਤਾਂ ਘਾਤ ਵੀ ਕੀ ਹੋਏਗੀ, ਉਹੀ ਬਣੇਗੀ। ਸੋ ਸਭ ਤੋਂ ਵੱਡੀ ਘਾਤ ਕਿੰਨੀ ਹੈ 3, ਤਾਂ ਪੋਲੀਨੋਮੀਅਲ ਦੀ ਪਾਵਰ ਵੀ ਕਿੰਨੀ ਬਣੇਗੀ 3। ਕੁਐਸਚਨ ਨੰਬਰ 15 ਕਿਸੇ ਦੋ ਘਾਤੀ ਬਹੁਪਦ ਦੀਆਂ ਵੱਧ ਤੋਂ ਵੱਧ ਕਿੰਨੀਆਂ ਸਿਫਰਾਂ ਹੋ ਸਕਦੀਆਂ ਨੇ, ਵਟ ਆਰ ਦੀ ਮੈਕਸਿਮਮ ਨੰਬਰ ਆਫ ਜ਼ੀਰੋਜ਼ ਆਫ ਅ ਕੁਆਡਰੈਟਿਕ ਪੋਲੀਨੋਮੀਅਲ। ਸੋ ਦੋਸਤੋ ਕਦੇ ਵੀ ਜਿਹੜੀਆਂ ਨੰਬਰ ਆਫ ਜ਼ੀਰੋਜ਼ ਨੇ ਉਹ ਕਿਸੇ ਵੀ ਪੋਲੀਨੋਮੀਅਲ ਦੀ ਘਾਤ, ਜਿਸ ਨੂੰ ਅਸੀਂ ਪਾਵਰ ਬੋਲਦੇ ਹਾਂ, ਇਸ ਦੇ ਉੱਪਰ ਡਿਪੈਂਡ ਕਰਦੀਆਂ ਨੇ। ਜਿੰਨੀ ਘਾਤ ਹੋਊਗੀ ਉਨੀਆਂ ਜ਼ੀਰੋਜ਼ ਹੋ ਸਕਦੀਆਂ ਨੇ, ਜਿੰਨੀ ਪਾਵਰ ਹੈ। ਸੋ ਦੋ ਘਾਤੀ, ਮੈਂ ਦੋ ਘਾਤ ਦੀ ਗੱਲ ਕੀਤੀ ਹੈ, ਤਾਂ ਦੋ ਘਾਤੀ ਹੈ ਤਾਂ ਜ਼ੀਰੋਜ਼ ਵੀ ਕਿੰਨੀਆਂ ਹੋਣਗੀਆਂ, ਮੈਕਸਿਮਮ 2। ਕੁਆਡਰੈਟਿਕ ਹੈ ਤਾਂ 2। ਜੇ ਕਿਊਬਿਕ ਹੁੰਦਾ, 3 ਘਾਤੀ ਹੁੰਦਾ, ਤਾਂ ਆਨਸਰ ਕਿੰਨਾ ਆਉਣਾ ਸੀ 3। ਜੇ 4 ਘਾਤੀ ਹੁੰਦਾ ਤਾਂ ਆਨਸਰ ਕੀ ਆਉਣਾ ਸੀ 4। ਜਿੰਨੀ ਪਾਵਰ, ਜਿੰਨੀ ਘਾਤ, ਉਨੀਆਂ ਨੰਬਰ ਆਫ ਜ਼ੀਰੋਜ਼, ਉਨੀਆਂ ਸਿਫਰਾਂ ਦੀ ਗਿਣਤੀ। ਕੁਐਸਚਨ ਨੰਬਰ 16 ਦਾ ਕੋਫੀਸ਼ੀਐਂਟ ਆਫ ਐਕਸ ਸਕੁਏਅਰ। ਐਕਸ ਸਕੁਏਅਰ ਦਾ ਕੋਫੀਸ਼ੀਐਂਟ ਚਾਹੀਦਾ, ਗੁਣਾਂਕ ਚਾਹੀਦਾ ਸਾਨੂੰ। ਐਕਸ ਸਕੁਏਅਰ ਦੇ ਅੱਗੇ ਕੀ ਲੱਗਿਆ, ਸਟੂਡੈਂਟ ਕੀ ਗਲਤੀ ਕਰਦੇ ਨੇ, ਸਿਰਫ 3 ਨੋ ਸਾਈਨ ਨਾਲ ਚੂਜ਼ ਕਰਨਾ ਹੈ ਅਸੀਂ -3। ਜੇਕਰ x³ ਦਾ ਕੋਫੀਸ਼ੀਐਂਟ ਪੁੱਛਿਆ ਹੁੰਦਾ ਤਾਂ ਇੱਥੇ ਕੁਝ ਵੀ ਨਹੀਂ ਹੈ, ਤਾਂ ਕਿੰਨਾ ਹੈ 1। ਤਾਂ ਸਾਡੇ ਬਸ ਇੱਥੇ ਕੋਈ ਨਾ ਕੋਈ ਆਪਸ਼ਨ 1 ਹੁੰਦੀ, ਫਿਰ ਅਸੀਂ ਉਸ ਨੂੰ ਟਿਕ ਕਰਦੇ। ਸੋ ਐਕਸ ਸਕੁਏਅਰ ਦਾ ਕੋਫੀਸ਼ੀਐਂਟ ਪੁੱਛਿਆ ਗਿਆ ਤਾਂ ਸਾਈਨ ਅਸੀਂ ਨਾਲ ਜ਼ਰੂਰ ਪਿਕ ਕਰਨਾ ਹੈ। ਜੋ ਅਸੀਂ ਮਿਸਟੇਕ ਕਰਦੇ ਹਾਂ ਉਹ ਹੈ ਕਿ ਅਸੀਂ ਸਾਈਨ ਨੂੰ ਲੀਵ ਕਰ ਦਿੰਦੇ ਹਾਂ, ਛੱਡ ਦਿੰਦੇ ਹਾਂ, ਡ੍ਰੌਪ ਕਰ ਦਿੰਦੇ ਹਾਂ। ਤਾਂ ਅਕਸਰ ਸਟੂਡੈਂਟ ਕੀ ਕਰਦੇ ਨੇ 3 ਲਿਖ ਦਿੰਦੇ ਨੇ, ਬਟ ਆਨਸਰ ਕੀ ਹੈ ਸਾਡਾ -3। ਛੋਟੀ ਜਿਹੀ ਕਨਫਿਊਜ਼ਨ ਹੈ ਬਸ। ਸੋ ਇਸ ਦੇ ਵਿੱਚ ਫਸਣਾ ਨਹੀਂ ਆਪਾਂ ਨੇ। ਨੈਕਸਟ ਕੁਐਸਚਨ ਸਾਡਾ ਜਿਹੜਾ ਉਹ ਪ੍ਰੋਬੇਬਿਲਿਟੀ, ਸੰਭਾਵਨਾ ਦੇ ਬੇਸਡ ਹੈ। ਕਿਸੇ ਅਸੰਭਵ ਘਟਨਾ ਦੀ ਸੰਭਾਵਨਾ
ਪ੍ਰੋਬੇਬਿਲਿਟੀ ਆਫ ਐਨ ਇੰਪੋਸੀਬਲ ਇਵੈਂਟ, ਜਿਹੜੀ ਘਟਨਾ ਹੋ ਹੀ ਨਹੀਂ ਸਕਦੀ, ਅਸੀਂ ਕਹਿੰਦੇ ਨੇ ਇਹਦੇ ਤਾਂ ਚਾਂਸਸ ਕੀ ਨੇ, ਜ਼ੀਰੋ ਨੇ, ਤਾਂ ਕਦੇ ਹੋ ਹੀ ਨਹੀਂ ਸਕਦਾ। ਸੋ ਸੰਭਾਵਨਾ ਕਿੰਨੀ ਹੋਏਗੀ, ਜ਼ੀਰੋ। ਸੋ ਰਾਈਟ ਆਪਸ਼ਨ ਕੀ ਹੋਏਗੀ, ਜ਼ੀਰੋ। ਇੱਥੇ ਜੋ ਵੀ ਤੁਹਾਡੇ ਪਾਸ ਆਪਸ਼ਨਸ ਹੋਣਗੀਆਂ, ਮੈਂ ਆਪਸ਼ਨਸ ਨਹੀਂ ਲਿਖੀਆਂ ਨੇ, ਤੁਹਾਨੂੰ ਰਾਈਟ ਆਪਸ਼ਨ ਪਤਾ ਹੋਣੀ ਚਾਹੀਦੀ ਹੈ, ਜ਼ੀਰੋ। ਇੰਪੋਸੀਬਲ, ਜਿਹੜੀ ਕਦੇ ਵੀ ਨਹੀਂ ਹੋ ਸਕਦੀ, ਜਿਹੜੀ 100% ਸ਼ੋਰ ਹੈ ਕਿ ਅਟੱਲ ਸੱਚਾਈ ਹੈ, ਜਿਹੜੀ ਘਟਨਾ ਘਟ ਕੇ ਹੀ ਰਹਿਣੀ ਹੈ, ਉਸ ਦੀ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਹੈ, ਸ਼ੋਰ ਇਵੈਂਟ ਦੀ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਹੈ, 1। ਸੋ ਸ਼ੋਰ ਇਵੈਂਟ ਵਾਸਤੇ ਅਸੀਂ ਪ੍ਰੋਬੇਬਿਲਿਟੀ ਚੂਜ਼ ਕਰਾਂਗੇ 1। ਕੁਐਸਚਨ ਨੰਬਰ 18, ਜੇਕਰ ਕਿਸੇ ਘਟਨਾ ਦੇ ਹੋਣ ਦੀ ਸੰਭਾਵਨਾ 0.7 ਹੈ ਤਾਂ ਉਸ ਦੇ ਨਾ ਹੋਣ ਦੀ ਸੰਭਾਵਨਾ ਕੀ ਹੋਏਗੀ। If the probability of an event to occur is 0.7, find the probability that it didn't occur। ਇਹ occur ਨਹੀਂ ਕਰਨਾ ਚਾਹੀਦਾ। ਸੋ ਇੱਕ ਸਾਡੇ ਪਾਸ ਫਾਰਮੂਲਾ ਹੈ ਕਿ ਹੋਣ ਤੇ ਨਾ ਹੋਣ, ਦੋਏ ਗੱਲਾਂ ਹੋ ਸਕਦੀਆਂ ਨੇ, ਦੋਨਾਂ ਨੂੰ ਮਿਲਾ ਕੇ ਜੋ ਜੋੜ ਬਣਦਾ ਹੈ ਪ੍ਰੋਬੇਬਿਲਿਟੀ ਦਾ, ਦੈਟ ਇਜ਼ 1। ਕਿਉਂਕਿ ਮੈਕਸਿਮਮ ਪ੍ਰੋਬੇਬਿਲਿਟੀ ਕਿਸੇ ਚੀਜ਼ ਦੀ 1 ਹੋ ਸਕਦੀ ਹੈ, ਹੋਣ ਜਾਂ ਨਾ ਹੋਣ, ਦੋਨਾਂ ਦੀ ਸੰਭਾਵਨਾ ਮਿਲਾ ਕੇ 1 ਬਣਨੀ ਚਾਹੀਦੀ ਹੈ। ਸੋ 0.7 ਦੇ ਵਿੱਚ ਮੈਂ ਕੀ ਐਡ ਕਰਾਂ ਕਿ 1 ਬਣ ਜੇ, ਜਾਂ ਮੈਂ 1 ਦੇ ਵਿੱਚੋਂ 0.7 ਨੂੰ ਸਬਟਰੈਕਟ ਕਰਕੇ ਦੇਖ ਸਕਦਾ ਹਾਂ। ਹੁਣ ਸਮੱਸਿਆ ਕੀ ਹੈ ਕਿ ਬੱਚੇ ਕਨਫਿਊਜ਼ ਕਿੱਥੇ ਹੁੰਦੇ ਨੇ, ਅਕਸਰ 1 ਦੇ ਵਿੱਚੋਂ ਸਟੂਡੈਂਟ 0.7 ਜਿਹੜਾ ਹੈ ਉਹ ਗਲਤ ਸਬਟਰੈਕਟ ਕਰਦੇ ਨੇ, ਕਿਉਂਕਿ ਇਹਦਾ ਡੈਸੀਮਲ ਨਹੀਂ ਹੈ। ਤਾਂ ਸਾਡੇ ਪਾਸ ਕੀ ਲਿਖਣਾ ਹੈ, ਇਸ ਨੂੰ ਅਸੀਂ 1.0 ਲਿਖਣਾ ਹੈ, ਮਾਈਨਸ 0.7 ਲਿਖਣਾ ਹੈ, ਤਾਂ ਸਾਡੇ ਪਾਸ ਬਣਨਾ 0.3 ਜਦੋਂ ਤੁਸੀਂ ਇਸ ਨੂੰ ਸਬਟਰੈਕਟ ਕਰੋਗੇ। ਸੋ ਨਾ ਹੋਣ ਦੀ ਜਿਹੜੀ ਸੰਭਾਵਨਾ ਹੋਏਗੀ, ਜੋ ਸਾਨੂੰ ਕੁਐਸਚਨ ਪੁੱਟ ਕੀਤਾ ਗਿਆ ਹੈ, ਸਾਡੀ ਰਾਈਟ ਆਪਸ਼ਨ ਕੀ ਹੋਏਗੀ, 0.3 ਸਾਡਾ ਆਨਸਰ ਹੋਣਾ ਚਾਹੀਦਾ ਹੈ, ਜੋ ਵੀ ਤੁਹਾਡੇ ਪਾਸ ਆਪਸ਼ਨਸ ਹੋਣਗੀਆਂ। ਤਾਂ ਜਾਂ ਤੁਸੀਂ ਉਹਨਾਂ ਆਪਸ਼ਨਸ ਨੂੰ 0.7 ਦੇ ਵਿੱਚ ਐਡ ਕਰਕੇ ਦੇਖ ਸਕਦੇ ਹੋ, ਆਨਸਰ 1 ਕਿਹਦੇ ਨਾਲ ਬਣਦਾ ਹੈ। ਸਪੋਜ਼ ਮੇਰੇ ਪਾਸ ਇਹ ਵਾਲੀਆਂ ਆਪਸ਼ਨਸ ਦੇਤੀ ਜੀ, 0.25 ਦਿੱਤੀ, ਬੀ ਆਪਸ਼ਨ ਦੇਤੀ 0.3, ਸੀ ਆਪਸ਼ਨ ਦੇਤੀ 0.4, ਡੀ ਆਪਸ਼ਨ ਦੇਤੀ ਜੀ ਮੇਰੇ ਪਾਸ 0.5। ਅਸੀਂ ਐਡ ਕਰਕੇ ਦੇਖ ਸਕਦੇ ਹਾਂ, ਦੇਖੋ 7 ਤੇ 3 10 ਮੀਨਸ 1 ਬਣਦਾ ਹੈ, ਹੋਰ ਕਿਸੇ ਨਾਲ 1 ਨਹੀਂ ਬਣਨਾ, ਤਾਂ ਸਾਡਾ ਰਾਈਟ ਆਪਸ਼ਨ ਕੀ ਹੋਏਗੀ, 0.3 ਹੋਏਗੀ। ਇੱਦਾਂ ਵੀ ਕਰ ਸਕਦੇ ਹੋ ਤੁਸੀਂ। ਕੁਐਸਚਨ ਨੰਬਰ 19, ਵਿਚ ਆਫ ਦਾ ਫੋਲੋਇੰਗ ਕੈਨ ਨਾਟ ਬੀ ਦੀ ਪ੍ਰੋਬੇਬਿਲਿਟੀ ਆਫ ਐਨ ਇਵੈਂਟ। ਇਹਨਾਂ ਦੇ ਵਿੱਚੋਂ ਕਿਹੜੀ ਜਿਹੜੀ ਹੈ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਜਿਹੜੀ ਸੰਭਾਵਨਾ ਘਟਨਾ ਕਦੇ ਨਹੀਂ ਘਟ ਸਕਦੀ, ਉਹਦੀ ਸੰਭਾਵਨਾ 0, ਜਿਹੜੀ ਘਟ ਕੇ ਰਹੂਗੀ ਉਹਦੀ ਸੰਭਾਵਨਾ 1। ਮੀਨਸ ਜਿਹੜੀ ਸਾਡੀ ਸੰਭਾਵਨਾ ਹੈ, ਜੋ ਸਾਡੀ ਪ੍ਰੋਬੇਬਿਲਿਟੀ ਹੈ, ਉਹ 0 ਤੋਂ ਲੈ ਕੇ 1 ਦੇ ਵਿਚਕਾਰ ਹੀ ਰਹਿਣੀ ਚਾਹੀਦੀ ਹੈ, 0 ਤੇ 1 ਤੋਂ ਬਾਹਰ ਨਹੀਂ ਜਾ ਸਕਦੀ। 2/3, ਦੇਖੋ 2/3 ਮੀਨਸ ਡਿਨੋਮੀਨੇਟਰ ਵੱਡਾ ਹੈ, ਜਦੋਂ ਮੈਂ ਇਸ ਨੂੰ ਡਿਵਾਈਡ ਕਰੂੰਗਾ ਤਾਂ 1 ਤੋਂ ਛੋਟਾ ਪਾਰਟ ਆਏਗਾ, ਇਹ ਸੰਭਾਵਨਾ ਬਣ ਸਕਦੀ ਹੈ। 15%, ਦੈਟ ਮੀਨਸ 15/100, ਇਹ ਵੀ ਬਣ ਸਕਦੀ ਹੈ। 0.8 1 ਤੋਂ ਘੱਟ ਹੈ, ਇਹ ਨੈਗੇਟਿਵ ਸਾਈਨ ਹੈ, ਦੇਖੋ ਸਿੱਧਾ ਹੀ ਕਲੀਅਰ ਦਿਖਦਾ ਹੈ। ਬਾਕੀ ਪਰ ਤਾਂ ਦੇਖਣ ਦੀ ਵੀ ਜ਼ਰੂਰਤ ਨਹੀਂ ਸੀ ਸਾਨੂੰ। ਮਾਈਨਸ, ਜਦੋਂ ਨੈਗੇਟਿਵ ਸਾਈਨ ਆ ਗਿਆ ਉਹ ਸਾਡੀ ਪ੍ਰੋਬੇਬਿਲਿਟੀ ਨਹੀਂ ਹੋ ਸਕਦੀ, ਫਸਟ। ਸੈਕੰਡ, ਜਦੋਂ ਨਿਊਮੀਰੇਟਰ ਵੱਡਾ ਹੋ ਜੇ, ਡਿਨੋਮੀਨੇਟਰ ਛੋਟਾ ਹੋ ਗਿਆ, ਇਹ ਵੀ ਸਾਡੀ ਪ੍ਰੋਬੇਬਿਲਿਟੀ ਨਹੀਂ ਹੋ ਸਕਦੀ। ਨੈਗੇਟਿਵ ਨੰਬਰ ਨਹੀਂ ਹੋ ਸਕਦੀ, ਨਿਊਮੀਰੇਟਰ ਵੱਡਾ ਹੋਵੇ, ਡਿਨੋਮੀਨੇਟਰ ਛੋਟਾ ਹੋਵੇ, ਤਦ ਵੀ ਨਹੀਂ ਹੋ ਸਕਦੀ, ਕਿਉਂਕਿ ਇਹ ਕਿੰਨਾ ਬਣਦਾ ਹੈ, 1.2। 1 ਤੋਂ ਵੱਡੀ ਵੈਲਿਊ ਹੋ ਜਾਵੇ 1.01, ਜਿੰਨੀ ਮਰਜ਼ੀ ਛੋਟੀ ਹੋ ਜਾਵੇ, ਭਾਵੇਂ 1 ਤੋਂ ਵੱਡੀ ਹੋ ਗਈ, ਥੋੜ੍ਹੀ ਜਿਹੀ ਵੀ ਵੱਡੀ ਹੈ, ਤਦ ਵੀ ਸਾਡੀ ਇਹ ਪ੍ਰੋਬੇਬਿਲਿਟੀ ਨਹੀਂ ਹੋ ਸਕਦੀ। 0 ਤੋਂ ਛੋਟੀ ਨਹੀਂ ਹੋ ਸਕਦੀ। ਜੇ ਮੈਂ ਪਰਸੈਂਟ ਦੇ ਵਿੱਚ ਵੀ ਲਿਖ ਦੇਵਾਂ 101%, ਤਦ ਵੀ ਪ੍ਰੋਬੇਬਿਲਿਟੀ ਨਹੀਂ ਹੋ ਸਕਦੀ। ਇਹ ਸਾਡੇ ਪਾਸ ਹਰ ਚੀਜ਼ ਦੇ ਵਿੱਚ ਜੋ ਸਾਡਾ ਆਨਸਰ ਆਉਣਾ ਚਾਹੀਦਾ ਪ੍ਰੋਬੇਬਿਲਿਟੀ ਦੇ ਵਿੱਚ, ਲੈਸ ਦੈਨ 1 ਆਉਣਾ ਚਾਹੀਦਾ, 1 ਤੋਂ ਛੋਟਾ ਹੋਣਾ ਚਾਹੀਦਾ ਹਮੇਸ਼ਾ। 0.8 ਛੋਟਾ ਹੈ, 15/100 ਡੈਸੀਮਲ 15 ਬਣੇਗਾ, 2/3 ਜਦੋਂ ਮੈਂ ਡਿਵਾਈਡ ਕਰੂੰਗਾ ਡੈਸੀਮਲ 6 ਬਾਰ ਬਣੇਗਾ ਇਹ। ਸੋ ਸਾਰੇ ਕੀ ਨੇ, ਇਹ 1 ਤੋਂ ਛੋਟੇ ਨੇ। ਸੋ ਸਾਡੀ ਪ੍ਰੋਬੇਬਿਲਿਟੀ ਜਿਹੜੀ ਨਹੀਂ ਹੋ ਸਕਦੀ ਉਹ ਹੈ ਤੇ ਵਾਲਾ ਨੈਗੇਟਿਵ ਸਾਈਨ ਹੈ। ਕੁਐਸਚਨ ਨੰਬਰ 20, a die is thrown once, find the probability of getting an even number। ਸੋ ਈਵਨ ਨੰਬਰ ਆਉਣਾ ਚਾਹੀਦਾ। ਅਸੀਂ ਇੱਕ ਲੱਡੂ ਨੂੰ ਜਾਂ ਡਾਈਸ ਨੂੰ ਥਰੋ ਕੀਤਾ ਹੈ, ਜਿਸਤ ਸੰਖਿਆ ਆਉਣੀ ਚਾਹੀਦੀ ਹੈ। ਤਾਂ ਦੇਖੋ ਡਾਈਸ ਦੇ ਨੰਬਰ ਕਿੰਨੇ ਹੁੰਦੇ ਨੇ, 1 ਤੋਂ ਲੈ ਕੇ 6 ਤੱਕ ਹੁੰਦੇ ਨੇ, ਤੇ ਜਿਸਤ ਕਿਹੜੇ ਕਿਹੜੇ ਨੇ, 2 ਹੈ, 4 ਹੈ, 6 ਹੈ, 3 ਜਣੇ ਨੇ। ਤਾਂ ਸੰਭਾਵਨਾ ਕੀ ਬਣੀ ਨਾ ਇਹਨਾਂ ਦੇ ਆਉਣ ਦੀ, 3 ਕਿੰਨਿਆਂ ਦੇ ਵਿੱਚੋਂ, 6 ਦੇ ਵਿੱਚੋਂ। ਸਾਡੇ ਪਾਸ ਸਾਡੇ ਪੱਖ ਦੇ ਵਿੱਚ, ਫੇਵਰ ਦੇ ਵਿੱਚ ਕਿੰਨੀਆਂ ਗੱਲਾਂ ਨੇ, 1 2 3 ਨੇ, ਤੇ ਟੋਟਲ ਜੋ ਸਾਡੀ ਗੱਲ ਹੋ ਰਹੀ ਹੈ, ਟੋਟਲ ਪਰਿਣਾਮ ਕਿੰਨੇ ਨੇ, 6। ਤਾਂ 3 1 is 3, 3 2 is 6, 1/2 ਆਨਸਰ ਲੱਭਣਾ ਸੀ ਕਿੱਥੇ ਹੈ, ਜਾਂ 3/6 ਲੱਭਣਾ ਹੈ ਜਾਂ 1/2 ਲੱਭਣਾ ਹੈ। ਸੋ 1/2 ਇਹ ਪਿਆ ਸਾਡੇ ਪਾਸ। ਸੁਸਾਈਡ ਦੀ ਰਾਈਟ ਆਪਸ਼ਨ ਕੀ ਹੈ, 1/2। ਤਾਂ ਮੈਨੂੰ ਉਮੀਦ ਹੈ ਕਿ ਡਾਈ ਦੇ ਬੇਸਡ ਕੁਐਸਚਨ ਤੁਹਾਨੂੰ ਜਿਹੜਾ ਐਗਜ਼ਾਮ ਦੇ ਵਿੱਚ ਜ਼ਰੂਰ ਮਿਲੇਗਾ, 100% ਮਿਲੇਗਾ। ਮੇ ਬੀ ਈਵਨ ਦੀ ਜਗ੍ਹਾ 'ਤੇ ਔਡ ਨੰਬਰ ਆ ਜੇ ਤਾਂ ਔਡ ਦੀ ਪ੍ਰੋਬੇਬਿਲਿਟੀ ਵੀ ਸੇਮ ਹੁੰਦੀ ਹੈ। ਮੇ ਬੀ ਪ੍ਰਾਈਮ ਨੰਬਰ ਆ ਜੇ
ਪ੍ਰਾਈਮ ਦੀ ਪ੍ਰੋਬੇਬਿਲਿਟੀ ਵੀ ਸੇਮ ਹੁੰਦੀ ਹੈ 1/2 ਇਨ ਕੇਸ ਆਫ ਡਾਈ, ਕਿਉਂਕਿ ਪ੍ਰਾਈਮ ਨੰਬਰਸ ਕਿਹੜੇ ਨੇ 2 3 ਤੇ 5 ਨੇ, 3 ਨੰਬਰ ਨੇ। ਈਵਨ ਨੰਬਰ ਕਿਹੜੇ ਨੇ 2 4 ਤੇ 6 ਨੇ। ਔਡ ਕਿਹੜੇ ਨੇ 1 3 ਤੇ 5 ਨੇ। ਤਿੰਨ ਤਿੰਨ ਕੇਸ ਹੀ ਬਣਦੇ ਨੇ ਹਰ ਪਾਸੇ। ਸੋ ਇਹਨਾਂ ਦੇ ਵਿੱਚੋਂ ਇੱਕ ਜ਼ਰੂਰ ਮਿਲ ਜਾਣਾ ਤੁਹਾਨੂੰ ਪੇਪਰ ਦੇ ਵਿੱਚ। ਕੁਐਸਚਨ ਨੰਬਰ 21 ਜਿਹੜਾ ਸਾਡਾ ਚੈਪਟਰ 3 ਦੇ ਬੇਸਡ ਹੈ। ਦੋ ਚੱਲ ਵਾਲੇ ਰੇਖੀ ਸਮੀਕਰਨ ਦਾ ਆਲੇਖ ਗ੍ਰਾਫ, ਲੀਨੀਅਰ ਇਕੁਏਸ਼ਨ ਦਾ ਜਿਹੜਾ ਗ੍ਰਾਫ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ। ਦੇਖੋ ਇਹਦੇ ਵਿੱਚ ਸਾਡੇ ਪਾਸ ਆਰਕ ਉੱਪਰ ਨੂੰ ਜਾ ਰਹੀ ਹੈ, ਇਹ ਸਟਰੇਟ ਲਾਈਨ ਹੈ, ਇਹਦੇ ਵਿੱਚ ਇਹ ਵਾਲਾ ਕਰਵ ਹੈ, ਇਹ ਸਾਡੇ ਪਾਸ ਇੱਕ ਐਕਲਿਪਸ ਟਾਈਪ ਬਣ ਰਿਹਾ ਹੈ, ਅੰਡਾਕਾਰ ਸ਼ੇਪ ਹੈ। ਸੋ ਰੇਖੀ ਸਮੀਕਰਨ ਲਾਈਨ ਭਾਵ ਸਾਡਾ ਜਿਹੜਾ ਗ੍ਰਾਫ ਬਣਨਾ ਚਾਹੀਦਾ ਕੀ ਬਣਨਾ ਚਾਹੀਦਾ ਹੈ, ਲਾਈਨ ਬਣਨੀ ਚਾਹੀਦੀ ਹੈ ਰੇਖੀ ਸਮੀਕਰਨ ਦੇ ਵਿੱਚ। ਸੋ ਲਾਈਨ ਕਿੱਥੇ ਬਣ ਰਹੀ ਹੈ, ਇਹ ਵਾਲੀ। ਸੋ ਸਾਡੀ ਰਾਈਟ ਆਪਸ਼ਨ ਕੀ ਹੈ, ਦਿਸ ਵਨ। ਸੋ ਰੇਖੀ ਸ਼ਬਦ ਰੇਖਾ ਤੋਂ ਆਇਆ ਹੈ, ਲਾਈਨ ਲੀਨੀਅਰ ਲਾਈਨ ਤੋਂ ਆਇਆ। ਮੀਨਸ ਜਦੋਂ ਵੀ ਕਦੇ ਅਸੀਂ ਗ੍ਰਾਫ ਪਲੋਟ ਕਰਨਾ ਹੈ ਦੋ ਚੱਲ ਵਾਲੇ ਸਮੀਕਰਨ ਦਾ, ਸਾਡੇ ਪਾਸ ਲਾਈਨ ਬਣਨੀ ਹੈ। ਸੋ ਸਾਡਾ ਰਾਈਟ ਆਪਸ਼ਨ ਕੀ ਹੈ, ਇਹ ਵਾਲੀ ਹੈ। ਨੈਕਸਟ ਹੈ ਸਾਡੇ ਪਾਸ ਕੁਐਸਚਨ ਨੰਬਰ 22। ਇਫ ਦ ਗ੍ਰਾਫ ਆਫ ਅ ਪੇਅਰ ਆਫ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲਸ ਇਸ ਪੈਰਲਲ ਲਾਈਨਸ, ਸਾਡੇ ਪਾਸ ਪੇਅਰ ਆਫ ਲੀਨੀਅਰ ਇਕੁਏਸ਼ਨ ਦੋ ਲਾਈਨ ਪੇਅਰ ਨੇ ਸਾਡੇ ਪਾਸ, ਸੌਰੀ ਦੋ ਇਕੁਏਸ਼ਨਸ ਨੇ, ਲੀਨੀਅਰ ਇਕੁਏਸ਼ਨਸ ਨੇ, ਪੇਅਰ ਦੀ ਫਾਰਮ ਦੇ ਵਿੱਚ ਨੇ, ਤੇ ਅਸੀਂ ਉਹਨਾਂ ਦਾ ਜਦੋਂ ਗ੍ਰਾਫ ਬਣਾਉਂਦੇ ਹਾਂ ਸਾਡੇ ਪਾਸ ਕੀ ਆਉਂਦਾ, ਪੈਰਲਲ ਲਾਈਨਸ ਆਉਂਦੀਆਂ ਨੇ। ਸੋ ਵਟ ਕੈਨ ਯੂ ਸੇ ਅਬਾਊਟ ਦਾ ਸੋਲਿਊਸ਼ਨ। ਸੋਲਿਊਸ਼ਨ ਕੀ ਹੋ ਸਕਦਾ ਉਹਨਾਂ ਦਾ, ਜੇਕਰ ਦੋ ਚੱਲ ਵਾਲੇ ਰੇਖੀ ਸਮੀਕਰਨ ਦੇ ਜਿਹੜਾ ਜੋੜਾ ਹੈ ਉਸ ਦਾ ਆਲੇਖ ਜਿਹੜਾ ਹੈ ਸਮਾਨਾਂਤਰ ਰੇਖਾਵਾਂ ਨੇ, ਤਾਂ ਸਮੀਕਰਨ ਦੇ ਹੱਲ ਬਾਰੇ ਅਸੀਂ ਕੀ ਕਹਿ ਸਕਦੇ ਹਾਂ। ਸਮਾਨਾਂਤਰ ਰੇਖਾਵਾਂ ਦੇਖੋ ਇੱਦਾਂ, ਤਾਂ ਸਮਾਨਾਂਤਰ ਰੇਖਾਵਾਂ ਤਾਂ ਕਦੇ ਮਿਲਦੀਆਂ ਹੀ ਨਹੀਂ ਹੈ। ਮੀਨਸ ਇਹ ਤਾਂ ਕਦੇ ਮਿਲਣਗੇ ਹੀ ਨਹੀਂ, ਕੋਈ ਹੱਲ ਹੀ ਨਹੀਂ ਹੋਊਗਾ ਇਹਨਾਂ ਦਾ। ਤਾਂ ਜਦੋਂ ਮਿਲਣਗੇ ਤਦ ਕੋਈ ਹੱਲ ਹੋਊਗਾ, ਜਦੋਂ ਮਿਲ ਹੀ ਨਹੀਂ ਰਹੇ ਇਹਨਾਂ ਦੇ ਵਿੱਚ ਕਦੇ ਗੱਲਬਾਤ ਹੀ ਨਹੀਂ ਹੋਣੀ ਹੈ, ਤਾਂ ਸੋਲਿਊਸ਼ਨ ਕਿੱਥੋਂ ਨਿਕਲਣਾ ਪ੍ਰੋਬਲਮ ਦਾ। ਸੋ ਕੋਈ ਹੱਲ ਨਹੀਂ। ਸਾਡੀ ਰਾਈਟ ਆਪਸ਼ਨ ਕੀ ਹੈ, ਇਹ ਵਾਲੀ। ਜਦੋਂ ਕਦੇ ਇਕੱਠੇ ਹੀ ਨਹੀਂ ਹੋਣਗੇ, ਜਦੋਂ ਇਕੱਠੇ ਹੋਣਗੇ ਤਾਂ ਕੋਈ ਹੱਲ ਨਿਕਲੂਗਾ ਪ੍ਰੋਬਲਮ ਦਾ। ਜਦੋਂ ਇਕੱਠੇ ਹੀ ਨਹੀਂ ਹੋਣਗੇ, ਲਾਈਨਾਂ ਪੈਰਲਲ ਨੇ, ਤਾਂ ਹੱਲ ਕਿੱਥੋਂ ਨਿਕਲਣਾ, ਤਾਂ ਕੋਈ ਹੱਲ ਨਹੀਂ ਨਿਕਲਣਾ, ਨੋ ਸੋਲਿਊਸ਼ਨ। ਨੈਕਸਟ ਕੁਐਸਚਨ ਨੰਬਰ 23 ਦਾ ਸੋਲਿਊਸ਼ਨ ਆਫ ਇਕੁਏਸ਼ਨਸ ਇਨ ਟੂ ਵੇਰੀਏਬਲ। ਸਾਡੇ ਪਾਸ ਦੋ ਇਕੁਏਸ਼ਨ ਨੇ, x - y = 5, x + y = 9। ਇਹਦਾ ਅਸੀਂ ਸੋਲਿਊਸ਼ਨ ਫਾਈਂਡ ਕਰਨਾ। ਸਾਡੇ ਪਾਸ ਚਾਰ ਆਪਸ਼ਨਸ ਨੇ। ਸੋ ਇਹਨਾਂ ਨੂੰ ਸੋਲਵ ਕਰਨ ਦੀ ਲੋੜ ਨਹੀਂ ਹੈ। ਕਈ ਵਾਰ ਸਟੂਡੈਂਟ ਸੋਲਵ ਕਰਨਾ ਸ਼ੁਰੂ ਕਰ ਦਿੰਦੇ ਨੇ, ਬੜਾ ਟਾਈਮ ਕੰਜ਼ਿਊਮ ਹੁੰਦਾ ਹੈ ਨਾ, ਤਾਂ ਬੈਟਰ ਹੈ ਕਿ ਅਸੀਂ ਇਹਨਾਂ ਨੂੰ ਪੁੱਟ ਕਰਕੇ ਦੇਖ ਲਈਏ। ਜਿਵੇਂ ਦੇਖੋ, ਜੇ ਮੈਂ 8 ਤੇ 6 ਦੇ ਵਿੱਚ ਪੁੱਟ ਕਰਕੇ ਦੇਖਾਂ, 8 ਤੇ 6 14, ਇਹ ਤਾਂ ਨਹੀਂ ਹੋ ਸਕਦਾ। 7 ਤੇ 2 9, ਇਹ ਫਿੱਟ ਹੁੰਦਾ ਏ। 9 ਤੇ 5 14, ਇਹ ਵੀ ਨਹੀਂ ਫਿੱਟ ਹੁੰਦਾ। ਤੇ ਲਾਸਟ ਕੀ ਹੈ, 10 ਤੇ 4 14, ਇਹਦੇ ਵਿੱਚ ਇਹ ਵੀ ਫਿੱਟ ਨਹੀਂ ਹੁੰਦਾ। ਤਾਂ ਸਿਰਫ ਇੱਕੋ ਫਿੱਟ ਹੋਇਆ। ਦੇਖੋ ਜੇ ਮੈਂ ਇਹਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰਦਾ, ਦੇਖੋ 8 ਦੇ ਵਿੱਚੋਂ 6 ਗਏ, 5 ਨਹੀਂ ਫਿੱਟ ਹੁੰਦਾ। 9 ਦੇ ਵਿੱਚੋਂ 5 ਗਏ, 4, ਇਹ ਨਹੀਂ ਫਿੱਟ ਹੁੰਦਾ। ਇਹ ਫਿੱਟ ਹੁੰਦਾ। 10 ਦੇ ਵਿੱਚੋਂ 4 ਗਏ, 6, ਇਹ ਵੀ ਫਿੱਟ ਨਹੀਂ ਹੁੰਦਾ। ਸਾਡੇ ਪਾਸ ਫਿਰ 7 ਦੇ ਵਿੱਚੋਂ 2 ਗਏ, 5। ਤਾਂ ਅਸੀਂ ਇਹਨਾਂ ਨੂੰ ਸਿੱਧਾ ਹੀ ਪੁੱਟ ਕਰਕੇ ਦੇਖ ਸਕਦੇ ਹਾਂ। ਸਾਡੀ ਰਾਈਟ ਆਪਸ਼ਨ ਕੀ ਹੈ, ਬੀ। ਤਾਂ ਇਹਦੇ ਵਿੱਚ ਪੁੱਟ ਕਰਕੇ ਦੇਖ ਲਓ x ਤੇ y ਦੀ ਵੈਲਿਊਜ਼। ਤੁਹਾਡਾ ਜਿਹੜਾ ਕੁਐਸਚਨ ਹੈ ਥੋੜਾ ਈਜ਼ੀ ਹੋ ਜਾਊਗਾ। ਨੈਕਸਟ ਹੈ ਕੁਐਸਚਨ ਨੰਬਰ 24। ਜੇਕਰ ਸਮੀਕਰਨ ਦੇ ਜੋੜੇ ਦਾ ਹੱਲ ਜਿਹੜਾ ਹੈ ਉਹ ਵਿਲੱਖਣ ਹੋਵੇ ਤਾਂ k ਦਾ ਮੁੱਲ ਕੀ ਹੋਊਗਾ। ਸੋ ਸਾਨੂੰ ਸੋਲਿਊਸ਼ਨ ਗਿਵਨ ਹੈ, ਇਹਨਾਂ ਦੋਨਾਂ ਇਕੁਏਸ਼ਨਸ ਦਾ ਕੀ ਹੈ, ਯੂਨੀਕ ਹੈ। ਸੋ ਵਟ ਇਜ਼ ਦੀ ਵੈਲਿਊ ਆਫ k। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਜੀ ਯੂਨੀਕ ਸੋਲਿਊਸ਼ਨ ਦੀ ਕੰਡੀਸ਼ਨ ਕੀ ਹੈ, ਜਦੋਂ ਅਸੀਂ x ਦੇ ਕੋਫੀਸ਼ੀਐਂਟਸ ਦੀ ਰੇਸ਼ੋ ਲੈਂਦੇ ਹਾਂ, a1/a2 ਬਰਾਬਰ ਨਹੀਂ ਆਉਣਾ ਚਾਹੀਦਾ b1/b2। ਜਦੋਂ ਇਹ ਬਰਾਬਰ ਨਹੀਂ ਆਉਂਦੇ, ਅਸੀਂ ਤੀਸਰੀ ਜਿਹੜੀ ਹੈ ਰੇਸ਼ੋ ਨੂੰ ਚੈੱਕ ਕਰਨ ਦੀ ਲੋੜ ਨਹੀਂ ਹੈ। ਸੋ x ਦੇ ਅੱਗੇ ਕਿੰਨਾ ਲੱਗਿਆ, ਇੱਥੇ 1, ਇੱਥੇ ਕਿੰਨਾ ਲੱਗਿਆ 3, ਨਾਟ ਇਕੁਅਲ ਟੂ ਆਉਣਾ ਚਾਹੀਦਾ। ਇੱਥੇ ਕਿੰਨਾ ਲੱਗਾ k, ਤੇ ਇੱਥੇ ਕਿੰਨਾ ਲੱਗਾ -2। ਸੋ ਇੱਥੋਂ ਅਸੀਂ ਕ੍ਰਾਸ ਮਲਟੀਪਲਾਈ ਕਰਦੇ ਨੇ -2। ਸੋ k ਸਾਡੇ ਪਾਸ ਕੀ ਆ ਗਿਆ, ਨਾਟ ਇਕੁਅਲ -2/3। ਸੋ ਜੋ ਵੀ ਸਾਡੇ ਪਾਸ ਆਪਸ਼ਨਸ ਹੋਣਗੀਆਂ, ਪਹਿਲੀ ਗੱਲ ਤਾਂ ਨਾਟ ਇਕੁਅਲ ਦਾ ਸਾਈਨ ਹੋਣਾ ਚਾਹੀਦਾ। ਸਪੋਜ਼ ਤੁਹਾਡੇ ਪਾਸ A ਆਪਸ਼ਨ ਕੀ ਹੈ ਜੀ, k ਇਜ਼ ਇਕੁਅਲ ਟੂ -2/3। ਸੋ ਪਹਿਲੀ ਪੋਸੀਬਿਲਿਟੀ ਤਾਂ ਸਿੱਧੀ ਹੋ ਕੱਟ ਗਈ, ਕਿਉਂਕਿ ਸਾਨੂੰ ਕੀ ਚਾਹੀਦਾ, ਨਾਟ ਇਕੁਅਲ ਦਾ ਸਾਈਨ ਚਾਹੀਦਾ। ਇਸੇ ਤਰ੍ਹਾਂ ਦੂਸਰੀ ਆਪਸ਼ਨ ਹੋ ਸਕਦੀ ਹੈ k ਨਾਟ ਇਕੁਅਲ ਟੂ -2/3। ਤਾਂ ਸਾਡੀ ਰਾਈਟ ਆਪਸ਼ਨ ਕੀ ਬਣ ਜਾਏਗੀ, B। ਸੋ ਪਹਿਲਾਂ ਤਾਂ ਇਕੁਅਲ ਵਾਲੇ ਸਾਈਨ ਤਾਂ ਅਸੀਂ ਸਿੱਧੇ ਛੱਡ ਹੀ ਦੇਣੇ, ਕਿਉਂਕਿ ਜਿਹੜੀ ਸਾਡੇ ਪਾਸ ਕੰਡੀਸ਼ਨ ਹੈ ਯੂਨੀਕ ਸੋਲਿਊਸ਼ਨ ਦੀ, ਉਹਦੇ ਵਿੱਚ ਕੀ ਹੈ, ਨਾਟ ਇਕੁਅਲ ਦਾ ਸਾਈਨ ਹੈ। ਤਾਂ ਅਸੀਂ ਪਹਿਲਾਂ ਫੋਕਸ ਕਰਾਂਗੇ ਨਾਟ ਇਕੁਅਲ ਦੇ ਉੱਪਰ, ਉਸ ਤੋਂ ਬਾਅਦ ਅਸੀਂ ਆਪਣੀ ਰਾਈਟ ਆਪਸ਼ਨ ਚੈੱਕ ਕਰ ਲਾਂਗੇ। ਵੈਸੇ ਇਹ ਕੁਐਸਚਨ ਜਿਹੜਾ ਤੁਹਾਡਾ 2 ਮਾਰਕਸ ਵਾਲੇ ਸੈਕਸ਼ਨ ਦੇ ਵਿੱਚ ਆਉਣਾ ਹੈ, ਸੋ ਤੁਹਾਨੂੰ ਕਾਪੀ ਪੈਨ ਦੇ ਨਾਲ ਇਸ ਨੂੰ ਸੋਲਵ ਕਰਨਾ ਹੀ ਪੈਣਾ ਹੈ। ਸੋ ਸਾਡੀ ਰਾਈਟ ਆਪਸ਼ਨ ਕੀ ਹੋਏਗੀ, k ਇਜ਼ ਨਾਟ ਇਕੁਅਲ ਟੂ -2/3। ਕੁਐਸਚਨ ਨੰਬਰ 25 ਦੇ ਵਿੱਚ ਸਾਨੂੰ ਲੀਨੀਅਰ ਇਕੁਏਸ਼ਨਸ ਦਾ ਇੱਕ ਗ੍ਰਾਫ ਗਿਵਨ ਹੈ।
ਤੇ ਅਸੀਂ ਦੇਖ ਕੇ ਉਸ ਦਾ ਕੀ ਫਾਈਂਡ ਕਰਨਾ ਹੈ, ਸੋਲਿਊਸ਼ਨ ਫਾਈਂਡ ਕਰਨਾ ਕਿ x ਦੀ ਵੈਲਿਊ ਕਿੰਨੀ ਹੈ, y ਦੀ ਵੈਲਿਊ ਕਿੰਨੀ ਹੈ। ਬੜਾ ਈਜ਼ੀ ਹੈ, 9th ਕਲਾਸ ਦਾ ਕੁਐਸਚਨ ਹੈ ਵੈਸੇ ਇਹ। ਸੋ x ਐਕਸਿਸ ਦੇ ਕੋਰਸਪੋਂਡਿੰਗ ਜਿਹੜਾ ਇਹ ਪੁਆਇੰਟ ਹੈ ਕਿੱਥੇ ਲਾਈ ਕਰਦਾ ਸਾਡੇ ਪਾਸ, ਆਲਮੋਸਟ 2 ਦੇ ਉੱਪਰ। ਤਾਂ x ਇਜ਼ ਇਕੁਅਲ ਟੂ 2 ਹੋਣਾ ਚਾਹੀਦਾ। ਦੇਖੋ c ਦੇ ਵਿੱਚ ਹੈ, ਹੋਰ ਕਿਸੇ ਆਪਸ਼ਨ ਦੇ ਵਿੱਚ ਆਪਾਂ ਨਹੀਂ ਹੈ। ਜੇ x ਇਜ਼ ਇਕੁਅਲ ਟੂ 2 ਕਿਸੇ ਹੋਰ ਆਪਸ਼ਨ ਦੇ ਵਿੱਚ ਵੀ ਹੁੰਦਾ ਫਿਰ ਅਸੀਂ y ਵੀ ਚੈੱਕ ਕਰਦੇ, ਤਾਂ y ਦੇ ਸਾਹਮਣੇ ਕੀ ਹੈ, 1 ਹੈ। ਸੋ y ਇਜ਼ ਇਕੁਅਲ ਟੂ x ਇਜ਼ ਇਕੁਅਲ ਟੂ 2, y ਇਜ਼ ਇਕੁਅਲ ਟੂ 1 ਇਸ ਦੀ ਸੋਲਿਊਸ਼ਨ ਆਫ ਇਕੁਏਸ਼ਨ। ਤਾਂ ਇੱਥੇ ਅਸੀਂ ਚੈੱਕ ਕਰਨਾ ਹੈ ਕਿ x ਦੇ ਉੱਪਰ ਜਿਹੜੀ ਲਾਈਨ ਗਿਰਦੀ ਹੈ ਕਿੱਥੇ ਗਿਰ ਰਹੀ ਹੈ, 2 ਤੇ ਆ ਰਹੀ ਹੈ, 3 ਤੇ ਆ ਰਹੀ ਹੈ, ਕਿੱਥੇ ਆ ਰਹੀ ਹੈ, 2 ਤੇ ਆ ਰਹੀ ਹੈ। ਸੋ x ਕਿੰਨਾ ਹੋ ਗਿਆ ਸਾਡੇ ਪਾਸ 2 ਤੇ y ਕਿੰਨਾ ਹੋ ਗਿਆ ਸਾਡੇ ਪਾਸ 1। ਕੁਐਸਚਨ ਨੰਬਰ 26 ਸਾਡੇ ਪਾਸ ਹੈ, ਵਿਚ ਆਫ ਦਾ ਫੋਲੋਇੰਗ ਪੇਅਰ ਆਫ ਲੀਨੀਅਰ ਇਕੁਏਸ਼ਨ, ਜਿਹੜਾ ਸਾਡੇ ਪਾਸ ਜੋੜਾ ਹੈ ਇਜ਼ ਕੰਸਿਸਟੈਂਟ ਹੈ, ਸੰਗਤ ਹੈ, ਜਿਹੜਾ ਜੋੜਾ ਸੰਗਤ ਹੈ। ਸੋ ਕੰਸਿਸਟੈਂਟ ਕਿਹੜੇ ਹੁੰਦੇ ਨੇ, ਜਿਨ੍ਹਾਂ ਦਾ ਯੂਨੀਕ ਸੋਲਿਊਸ਼ਨ ਹੁੰਦਾ ਹੈ, ਵਿਲੱਖਣ ਹੱਲ ਜਾਂ ਅਨੇਕ ਹੱਲ, ਮੈਨੀ ਸੋਲਿਊਸ਼ਨ। ਮੀਨਸ ਸੋਲਿਊਸ਼ਨ ਹੋਣਾ ਚਾਹੀਦਾ ਇਕੁਏਸ਼ਨ ਦਾ ਪੋਸੀਬਲ। ਜੇ ਇੱਕ ਸੋਲਿਊਸ਼ਨ ਪੋਸੀਬਲ ਨਹੀਂ ਹੈ, ਨੋ ਸੋਲਿਊਸ਼ਨ ਹੈ, ਦੈਟ ਇਜ਼ ਇਨਕਨਸਿਸਟੈਂਟ, ਅਸੰਗਤ ਹੈ ਜੋੜਾ, ਸੰਗਤ ਨਹੀਂ ਹੈ। ਸੋ ਅਸੀਂ ਇੱਦਾਂ ਦੀ ਇਕੁਏਸ਼ਨ ਲੱਭਣੀ ਹੈ ਕਿ ਜਿਨ੍ਹਾਂ ਦਾ ਸੋਲਿਊਸ਼ਨ ਜਦੋਂ ਅਸੀਂ ਗ੍ਰਾਫ ਜਿਹੜਾ ਪਲੋਟ ਕਰੀਏ ਉਹ ਇੱਦਾਂ ਦਾ ਇੰਟਰਸੈਕਟਿੰਗ ਹੋਵੇ ਜਾਂ ਲਾਈਨ ਦੇ ਉੱਪਰ ਕੋਇਨਸਾਈਡ ਕਰ ਜੇ, ਮੀਨਸ ਕੋਈ ਨਾ ਕੋਈ ਸੋਲਿਊਸ਼ਨ ਆ ਜੇ। ਇਸ ਤਰੀਕੇ ਨਾਲ ਵੀ ਕੁਐਸਚਨ ਆ ਸਕਦਾ ਹੈ। ਸੋ ਮੈਂ ਇਹਨਾਂ ਦਾ ਜਿਹੜਾ ਸੋਲਿਊਸ਼ਨ ਚੈੱਕ ਕਰਨ ਵਾਸਤੇ ਇਕੱਲੇ ਦੇ ਜਿਹੜੇ ਕੋਫੀਸ਼ੀਐਂਟਸ ਨੇ ਉਹਨਾਂ ਦੀ ਰੇਸ਼ੋ ਚੈੱਕ ਕਰਨੀ ਪਏਗੀ। ਮੀਨਸ 4 2 8, 3 2 6। ਲਾਈਕ ਇੱਥੇ ਜਿਹੜਾ ਸਾਡਾ ਰੇਸ਼ੋ ਬਣਦੀ ਹੈ ਫਸਟ ਕੇਸ ਦੇ ਵਿੱਚ 4/8 -3/-6, ਮਾਈਨਸ ਕੈਂਸਲ ਇਨ ਕ੍ਰਾਸ ਮਲਟੀਪਲਾਈ ਕਰ ਸਕਦੇ ਹਾਂ। 4 6 24, 8 3 24, ਦੇਖੋ ਬਰਾਬਰ ਆਉਂਦੀ ਹੈ। ਸੋ ਪਹਿਲੀਆਂ ਦੋ ਰੇਸ਼ੋਸ ਜਿਹੜੀਆਂ ਨੇ ਬਰਾਬਰ ਨੇ। ਤਾਂ ਤੀਸਰੀ ਸਾਨੂੰ ਚੈੱਕ ਕਰਨੀ ਪਏਗੀ 6/7 ਹੈ। ਤਾਂ 3 ਤੇ 6, 6 7 ਤਾਂ ਕਿਸੇ ਵੀ ਹਾਲਤ 'ਚ ਬਰਾਬਰ ਨਹੀਂ ਹੈ, ਦਿਖਦਾ ਹੀ ਹੈ ਸਾਨੂੰ, ਕੈਂਸਲ ਆਊਟ ਹੋਣਾ ਨਹੀਂ ਹੈ। ਸੋ ਇਹਦਾ ਤਾਂ ਸਾਡੇ ਪਾਸ ਕੀ ਹੋ ਗਿਆ, ਨੋ ਸੋਲਿਊਸ਼ਨ। ਇਹ ਕੰਸਿਸਟੈਂਟ ਨਹੀਂ ਹੋ ਸਕਦਾ। 3/2, 2/3, ਦੇਖੋ ਇੱਥੇ ਦੋਨੇ ਇੱਕ ਸਾਈਨ ਪਲੱਸ ਦਾ ਹੈ। 3/2 ਜਿਹੜੀ ਰੇਸ਼ੋ ਬਣੇਗੀ ਉਹ ਪਲੱਸ ਦੀ ਬਣੇਗੀ, ਇਹ 2/3 ਮਾਈਨਸ ਦੀ ਬਣੂਗੀ। ਕਲੀਅਰਲੀ ਇਹ ਬਰਾਬਰ ਨੇ। ਸੋ ਇਹਦਾ ਸੋਲਿਊਸ਼ਨ ਕੀ ਬਣੂਗਾ, ਯੂਨੀਕ ਸੋਲਿਊਸ਼ਨ। ਸੋ ਇਹ ਕੀ ਹੋਊਗਾ, ਸਾਡਾ ਕੰਸਿਸਟੈਂਟ ਜੋੜਾ ਹੋਊਗਾ। ਅੱਗੇ ਅਸੀਂ ਚੈੱਕ ਕਰਨਾ, ਤੁਸੀਂ ਕਰ ਸਕਦੇ ਹੋ, ਬਟ ਸਾਨੂੰ ਸਿਰਫ ਕੀ ਪੁੱਛਿਆ ਕਿ ਕਿਹੜਾ ਜੋੜਾ ਸੰਗਤ ਹੈ। ਤਾਂ ਸਾਰਿਆਂ ਦੇ ਵਿੱਚੋਂ ਕੋਈ ਇੱਕ ਹੋਊਗਾ ਸੰਗਤ, ਤਾਂ ਸਾਡੀ ਰਾਈਟ ਆਪਸ਼ਨ ਕੀ ਹੋਗੀ, ਬੀ ਹੋਗੀ। ਅੱਗੇ ਜੇਕਰ ਤੁਸੀਂ ਚੈੱਕ ਕਰਨਾ ਚਾਹੁੰਦੇ ਦੇਖੋ 2 2 ਇਜ਼ 4, 3 2 ਇਜ਼ 6। ਤਾਂ ਇੱਥੇ ਵੀ ਸਾਡੇ ਪਾਸ ਜਿਹੜੀ ਰੇਸ਼ੋ ਬਣਦੀ ਹੈ ਕ੍ਰਾਸ ਮਲਟੀਪਲਾਈ ਕਰਕੇ ਵੀ ਦੇਖ ਸਕਦੇ ਹਾਂ। 6 ਦੂਣੀ 12, 3 ਚੌਕੇ 12, ਤਾਂ 12 ਤੇ 12 ਤਾਂ ਬਰਾਬਰ ਹੁੰਦੇ ਨੇ। ਤਾਂ ਮੀਨਸ ਜਿਹੜੇ ਪਹਿਲੇ ਸਾਡੇ ਪਾਸ ਕੋਫੀਸ਼ੀਐਂਟਸ ਨੇ ਇਹਨਾਂ ਦੀ ਰੇਸ਼ੋ ਕੀ ਹੋਊਗੀ, ਬਰਾਬਰ ਹੋਊਗੀ। ਫਰਦਰ ਚੈੱਕ ਕਰਨਾ ਹੈ ਤਾਂ ਦੇਖੋ 3/6 ਹੈ, ਇੱਧਰ 7/8 ਹੈ, ਇਹ ਬਰਾਬਰ ਨਹੀਂ ਹੈ। ਕਲੀਅਰਲੀ ਦੇਖੋ 3/6, 3 ਤੇ 6 ਭਾਵੇਂ ਕੱਢਦੇ ਨੇ ਪਰ 7 ਤੇ 8 ਤਾਂ ਕੱਢਦੇ ਨਹੀਂ। ਸੋ ਨੈਕਸਟ ਸਾਡੇ ਪਾਸ ਬਰਾਬਰ ਨਹੀਂ ਆਉਣਾ ਹੈ। ਤਾਂ ਇਹ ਵੀ ਨੋ ਸੋਲਿਊਸ਼ਨ ਹੈ, ਇਹ ਵੀ ਇਨਕਨਸਿਸਟੈਂਟ ਹੈ। ਇਸੇ ਤਰ੍ਹਾਂ 5 ਦੂਣੀ 10, 2 ਦੂਣੀ 4, ਇਹ ਵੀ ਸਾਡੇ ਪਾਸ ਇਨਕਨਸਿਸਟੈਂਟ ਹੈ। ਸੋ ਰਾਈਟ ਆਪਸ਼ਨ ਸਾਡੀ ਕੀ ਬਣ ਗਈ, ਬੀ, ਜਦੋਂ ਸਾਡੇ ਪਾਸ ਯੂਨੀਕ ਸੋਲਿਊਸ਼ਨ ਹੋਵੇ ਜਾਂ ਮੈਨੀ ਸੋਲਿਊਸ਼ਨ ਹੋਣ। ਈਵਨ ਜਿਹੜਾ ਇਹ ਕੁਐਸਚਨ ਹੈ ਇਸ ਤਰੀਕੇ ਨਾਲ ਵੀ ਆ ਸਕਦਾ ਹੈ ਕਿ ਇੰਟਰਸੈਕਟਿੰਗ ਲਾਈਨਸ ਤੇ ਕੋਇਨਸੀਡੈਂਟ ਲਾਈਨ ਜਾਂ ਪੈਰਲਲ ਲਾਈਨਸ ਦੇ ਕੇ ਤੁਹਾਨੂੰ ਪੁੱਛ ਲਿਆ ਜਾਵੇ ਕਿ ਕਿਹੜਾ ਜਿਹੜਾ ਪੇਅਰ ਹੈ ਉਹ ਕੰਸਿਸਟੈਂਟ ਨਹੀਂ ਹੋਊਗਾ। ਮੀਨਸ ਉਲਟ ਪੁੱਛ ਲਿਆ ਜਾਵੇ, ਨਾਟ ਕੰਸਿਸਟੈਂਟ। ਸੋ ਜਿਹੜੀ ਪੈਰਲਲ ਲਾਈਨਸ ਹੈ ਜਿਹਦੇ ਵਿੱਚ ਨੋ ਸੋਲਿਊਸ਼ਨ ਹੈ, ਦਿਸ ਇਜ਼ ਨਾਟ ਕੰਸਿਸਟੈਂਟ। ਇਹ ਦੋਨੇ ਕੰਸਿਸਟੈਂਟ ਨੇ, ਇਹਨੂੰ ਅਸੀਂ ਡਿਪੈਂਡੈਂਟ ਵੀ ਬੋਲ ਦਿੰਦੇ ਹਾਂ, ਬਟ ਦੋਨੇ ਕੀ ਨੇ, ਕੰਸਿਸਟੈਂਟ ਨੇ। ਕੁਐਸਚਨ ਨੰਬਰ 27 ਜਿਹੜਾ ਹੈ ਉਹ ਮੈਮਰੀ ਦੇ ਬੇਸਡ ਇੱਕ ਤਰੀਕੇ ਨਾਲ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਯੂਨੀਕ ਸੋਲਿਊਸ਼ਨ, ਵਿਲੱਖਣ ਹੱਲ ਦੀ ਜਿਹੜੀ ਸ਼ਰਤ ਹੈ, ਕੰਡੀਸ਼ਨ ਹੈ, ਉਹ ਕੀ ਹੈ, ਰੇਸ਼ੋਜ਼ ਦੇ ਰੂਪ ਦੇ ਵਿੱਚ। ਸੋ ਇਹਦੇ ਵਿੱਚ ਸਾਡੇ ਪਾਸ ਤਿੰਨੋਂ ਰੇਸ਼ੋਜ਼ ਬਰਾਬਰ ਨੇ, A1/A2, B1/B2, C1/C2। ਤਾਂ ਜਦੋਂ ਤਿੰਨੋਂ ਰੇਸ਼ੋ ਬਰਾਬਰ ਹੁੰਦੀਆਂ ਨੇ ਤਾਂ ਸਾਡੇ ਪਾਸ ਕੀ ਹੁੰਦਾ ਹੈ, ਅਨੇਕ ਹੱਲ ਹੁੰਦੇ ਨੇ, ਮੈਨੀ ਸੋਲਿਊਸ਼ਨ। ਇਹਦੇ ਵਿੱਚ ਪਹਿਲੇ ਦੋ ਬਰਾਬਰ ਨਹੀਂ ਹੈ, ਤੀਸਰਾ ਵੀ ਬਰਾਬਰ ਨਹੀਂ ਹੈ, ਅਗਲੇ ਦੀ ਤਾਂ ਸਾਨੂੰ ਚੈੱਕ ਕਰਨ ਦੀ ਲੋੜ ਹੀ ਨਹੀਂ ਹੁੰਦੀ। ਜੇਕਰ ਪਹਿਲੇ ਦੋ ਬਰਾਬਰ ਨਹੀਂ ਹੈਗੇ ਤਾਂ ਅਸੀਂ ਬੋਲਦੇ ਹਾਂ ਯੂਨੀਕ ਸੋਲਿਊਸ਼ਨ, ਵਿਲੱਖਣ ਹੱਲ। ਅੱਗੇ ਚੈੱਕ ਕਰਨ ਦੀ ਲੋੜ ਨਹੀਂ ਪੈਂਦੀ, ਪਹਿਲੇ ਹੀ ਦੋ ਸਫੀਸ਼ੀਐਂਟ ਹੁੰਦੇ ਨੇ। ਸੋ ਸਾਡੀ ਰਾਈਟ ਆਪਸ਼ਨ ਕੀ ਹੋਊਗੀ, ਆਪਸ਼ਨ ਬੀ, ਕਿਉਂਕਿ ਵਿਲੱਖਣ ਹੱਲ ਦੀ ਸ਼ਰਤ ਪੁੱਛੀ ਗਈ ਹੈ। ਹੋ ਸਕਦਾ ਐਗਜ਼ਾਮ ਦੇ ਵਿੱਚ ਅਨੇਕ ਹੱਲ ਦੀ ਪੁੱਛ ਲਈ ਜਾਵੇ, ਹੋ ਸਕਦਾ ਐਗਜ਼ਾਮ ਦੇ ਵਿੱਚ ਨੋ ਸੋਲਿਊਸ਼ਨ, ਕੋਈ ਹੱਲ ਨਹੀਂ ਦੀ ਪੁੱਛ ਲਈ ਜਾਵੇ। ਤਾਂ ਤਿੰਨੋਂ ਕੰਡੀਸ਼ਨਸ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਇਸ ਤੋਂ ਬਾਅਦ ਹੈ ਕੁਐਸਚਨ ਨੰਬਰ 28, ਸਮ ਆਫ ਪ੍ਰੋਬੇਬਿਲਿਟੀਜ਼ ਆਫ ਆਲ ਦਾ ਇਵੈਂਟਸ ਇਨ ਐਨ ਐਕਸਪੈਰੀਮੈਂਟ।
ਅਸੀਂ ਕੋਈ ਐਕਸਪੈਰੀਮੈਂਟ ਕਰਦੇ ਹਾਂ, ਉਸ ਦੇ ਵਿੱਚ ਕਈ ਚੀਜ਼ਾਂ ਹੋਣ ਦੇ ਚਾਂਸਿਸ ਰਹਿੰਦੇ, ਜਿਵੇਂ ਤੁਸੀਂ ਸਿੱਕਾ ਟੌਸ ਕਰਦੇ ਹੋ ਤਾਂ ਉਹਦੇ ਵਿੱਚ ਹੈੱਡ ਅਤੇ ਟੇਲ ਹੋਣ ਦੇ ਚਾਂਸ ਨੇ। ਤੁਸੀਂ ਡਾਈ ਟੌਸ ਕਰਦੇ ਹੋ, ਉਸ ਦੇ ਵਿੱਚ 1 2 3 4 5 6 ਆਉਣ ਦੇ ਚਾਂਸ ਨੇ। ਤੁਸੀਂ ਤਾਸ਼ ਦੇ ਵਿੱਚੋਂ ਪੱਤਾ ਖਿੱਚਦੇ ਹੋ ਤਾਂ ਦੇਖੋ 52 ਪੱਤੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਪੱਤੇ ਆਉਣ ਦੇ ਚਾਂਸ ਨੇ। ਤਾਂ ਅਸੀਂ ਜੇਕਰ ਉਹਨਾਂ ਸਾਰਿਆਂ ਈਵੈਂਟਸ, ਉਹਨਾਂ ਦੀਆਂ ਪ੍ਰੋਬੇਬਿਲਿਟੀ ਦਾ ਸਮ ਕਰੀਏ ਤਾਂ ਸਮ ਕਿੰਨਾ ਆਉਣਾ ਚਾਹੀਦਾ ਹੈ। ਤਾਂ ਅਸੀਂ ਗੱਲ ਪਹਿਲਾਂ ਵੀ ਕੀਤੀ ਸੀ ਕਿ ਕਿਸੇ ਘਟਨਾ ਦੇ ਹੋਣ ਦੀ ਅਤੇ ਨਾ ਹੋਣ ਦੀ, ਕਿਉਂਕਿ ਇੱਕ ਚੀਜ਼ ਹੁੰਦੀ ਆ ਹੋਣਾ ਅਤੇ ਉਸਦਾ ਵਿਰੋਧੀ ਕੀ ਆ, ਉਲਟ ਕੀ ਆ, ਨਾ ਹੋਣਾ। ਦੋਨਾਂ ਨੂੰ ਮਿਲਾ ਕੇ ਕਿੰਨਾ ਬਣਦਾ ਹੈ? 1। ਵੈਸੇ ਵੀ ਮੈਕਸੀਮਮ ਪ੍ਰੋਬੇਬਿਲਿਟੀ ਕਿੰਨੀ ਹੋ ਸਕਦੀ ਹੈ? 1 ਹੋ ਸਕਦੀ ਹੈ। ਸੋ ਇਹ ਤਾਂ ਆਪਸ਼ਨਾਂ ਹੋ ਹੀ ਨਹੀਂ ਸਕਦੀਆਂ। ਸੋ ਕਿਉਂਕਿ ਸਮ ਆਫ ਪ੍ਰੋਬੇਬਿਲਿਟੀਜ਼, ਤਾਂ ਸਾਰੇ ਈਵੈਂਟਸ ਨੂੰ ਜੇਕਰ ਅਸੀਂ ਸਾਰਿਆਂ ਦੀ ਪ੍ਰੋਬੇਬਿਲਿਟੀ ਕਿਸੇ ਘਟਨਾ ਦੀ ਐਕਸਪੈਰੀਮੈਂਟ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਘਟ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਅਸੀਂ ਐਡ ਅਪ ਕਰ ਲਈਏ, ਸਾਰੀਆਂ ਪ੍ਰੋਬੇਬਿਲਿਟੀਜ਼ ਐਡ ਅਪ ਕਰ ਲਈਏ ਤਾਂ ਆਨਸਰ ਸਾਡੇ ਪਾਸ ਕੀ ਹੁੰਦਾ ਹੈ? 1 ਹੁੰਦਾ ਹੈ। ਸੋ ਦੋਸਤੋ, ਆਲਮੋਸਟ ਅਸੀਂ ਐਂਡ 'ਤੇ ਪਹੁੰਚ ਚੁੱਕੇ ਹਾਂ ਕੁਐਸਚਨ ਨੰਬਰ 29, ਕੁਐਸਚਨ ਨੰਬਰ 30 'ਤੇ। ਸੋ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਕਿਉਂਕਿ ਅਸੀਂ 10ਵੀਂ ਕਲਾਸ ਦੇ ਜਿਹੜੇ ਟੌਪਿਕਸ ਨੇ ਚੈਪਟਰ 1, ਚੈਪਟਰ 2 ਜਾਂ ਹੋਰ ਵੀ ਜਿਹੜੇ ਚੈਪਟਰ ਨੇ ਅਸੀਂ ਰੈਗੂਲਰਲੀ ਆਪਣੇ ਚੈਨਲ ਦੇ ਉੱਪਰ ਅਪਡੇਟ ਕਰਦੇ ਰਹਿੰਦੇ ਉਹਨਾਂ ਦੀਆਂ ਵੀਡੀਓਜ਼ ਨੂੰ। ਸੋ ਤੁਸੀਂ ਉਹਨਾਂ ਵੀਡੀਓਜ਼ ਤੋਂ ਵੀ ਬੈਨੀਫਿਟ ਲੈ ਸਕਦੇ ਹੋ। ਅਤੇ ਜੇਕਰ ਵੀਡੀਓ ਅੱਛੀ ਲੱਗੇ ਅਤੇ ਜਿਹੜੇ ਕੁਐਸਚਨ ਨੇ ਤੁਹਾਡੇ ਟੈਸਟ ਦੇ ਓਰੀਐਂਟਡ ਹੋਣ, ਤੁਹਾਨੂੰ ਟੈਸਟ ਦੇ ਵਿੱਚ ਇਹਨਾਂ ਦੇ ਰਿਲੇਟਡ ਕੁਐਸਚਨ ਮਿਲ ਜਾਣ, ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਬਾਕੀ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਸੋ ਕੁਐਸਚਨ ਨੰਬਰ 29 ਹੈ ਸਾਡੇ ਪਾਸ। ਇਫ ਦਾ ਗ੍ਰਾਫ ਆਫ ਦਾ ਪੇਅਰ ਆਫ ਲੀਨੀਅਰ ਇਕੁਏਸ਼ਨ ਇਜ਼ ਇੰਟਰਸੈਕਟਿੰਗ ਲਾਈਨਸ, ਕਾਟਵੀਆਂ ਰੇਖਾਵਾਂ ਗ੍ਰਾਫ ਬਣਾਈਏ ਅਤੇ ਕੱਟ ਜਾਣ ਰੇਖਾਵਾਂ, ਤਾਂ ਕਿੰਨੇ ਹੱਲ ਹੋਣਗੇ? ਇਸ ਤਰ੍ਹਾਂ ਕਿੰਨੀ ਜਗ੍ਹਾ 'ਤੇ ਕੱਟਦੀਆਂ ਨੇ? ਇੱਕ ਜਗ੍ਹਾ 'ਤੇ ਕੱਟਦੀਆਂ ਨੇ, ਮੀਨਸ ਇੱਕ ਹੱਲ ਹੋਊਗਾ, ਯੂਨੀਕ ਸੋਲਿਊਸ਼ਨ ਹੋਊਗਾ, ਵਿਲੱਖਣ ਹੱਲ ਹੋਊਗਾ। ਤਾਂ ਸਾਡੀ ਰਾਈਟ ਆਪਸ਼ਨ ਕੀ ਹੈ? ਆਪਸ਼ਨ ਏ, ਅੰਡਰਸਟੈਂਡਿੰਗ ਦਾ ਕੁਐਸਚਨ ਹੈ ਇਹ। ਨੈਕਸਟ ਹੈ ਸਾਡੇ ਪਾਸ ਕੁਐਸਚਨ ਨੰਬਰ 30। ਵਾਟ ਇਜ਼ ਦੀ ਪ੍ਰੋਬੇਬਿਲਿਟੀ ਆਫ ਗੈਟਿੰਗ 8 ਔਨ ਥਰੋਇੰਗ ਅ ਡਾਈਸ? ਲੁੱਡੋ ਸਿੱਟਣੀ ਆ ਅਸੀਂ ਅਤੇ ਉਸ ਦੇ ਵਿੱਚ 8 ਆਉਣਾ ਚਾਹੀਦਾ ਹੈ, ਕੀ ਚਾਂਸ ਨੇ? ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕੋਈ ਵੀ ਜਿਹੜੀ ਅਸੰਭਵ ਘਟਨਾ ਹੈ ਤਾਂ ਉਸ ਦੀ ਸੰਭਾਵਨਾ ਕਿੰਨੀ ਹੁੰਦੀ ਹੈ? ਜਿਹੜੀ ਸੰਭਵ ਉਹ 0 ਤੋਂ ਲੈ ਕੇ 1 ਦੇ ਵਿਚਕਾਰ ਹੁੰਦੀ ਹੈ, ਜਿਹੜੀ ਅਸੰਭਵ ਹੈ ਉਹਦੀ ਸੰਭਾਵਨਾ 0 ਹੈ, ਜਿਹੜੀ ਕਦੇ ਹੋ ਹੀ ਨਹੀਂ ਸਕਦੀ। ਅਤੇ ਜਿਹਨੇ ਹੋ ਕੇ ਰਹਿਣਾ ਹੈ ਉਹਦੀ ਸੰਭਾਵਨਾ ਕਿੰਨੀ ਹੁੰਦੀ ਹੈ? 1 ਹੁੰਦੀ ਹੈ। ਸੋ 8 ਕਦੇ ਨਹੀਂ ਆ ਸਕਦਾ ਲੂਡੋ ਦੇ ਉੱਪਰ, ਕਿਉਂਕਿ ਲੂਡੋ ਦੇ ਉੱਪਰ ਕੀ ਹੈ? 1 2 3 4 5 ਅਤੇ 6 ਹੈ। ਸੋ ਸਾਡੀ ਰਾਈਟ ਆਪਸ਼ਨ ਕੀ ਹੈ? ਆਪਸ਼ਨ ਸੀ, ਕਿ ਸੰਭਾਵਨਾ ਕਿੰਨੀ ਹੋਏਗੀ? 0 ਹੋਏਗੀ। ਸੋ ਦੋਸਤੋ, ਮੈਂ ਉਮੀਦ ਕਰਦਾ ਨਾ 30 ਕੁਐਸਚਨਸ ਦੇ ਵਿੱਚੋਂ ਮੋਰ ਦੈਨ 20 to 25 ਮੀਨਸ 20 ਤੋਂ 25 ਕੁਐਸਚਨ ਤੁਹਾਨੂੰ ਜਿਹੜਾ ਤੁਹਾਡਾ ਜੁਲਾਈ ਟੈਸਟ ਹੈ ਉਹਦੇ ਵਿੱਚ ਇਹਨਾਂ ਦੇ ਸੰਬੰਧਿਤ, ਇਹਨਾਂ ਦੇ ਆਧਾਰਿਤ ਕੁਐਸਚਨ ਜ਼ਰੂਰ ਮਿਲਣਗੇ। ਸੋ ਪਲੀਜ਼ ਇਸ ਵੀਡੀਓ ਨੂੰ ਬਾਕੀ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ, ਅਤੇ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਤਾਂ ਕਿ ਤੁਹਾਨੂੰ 10th ਕਲਾਸ ਦੇ ਰਿਲੇਟਡ ਜਿਹੜੀਆਂ ਵੀ ਵੀਡੀਓਜ਼ ਨੇ ਉਹਨਾਂ ਦੇ ਰੈਗੂਲਰ ਅਪਡੇਟਸ ਜੋ ਨੇ ਉਹ ਮਿਲਦੇ ਰਹਿਣ। ਚੈਨਲ 'ਤੇ ਆਉਣ ਲਈ ਧੰਨਵਾਦ। ਚੈਨਲ ਦੇ ਨਾਲ ਜੁੜੇ ਰਹੋ।